ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਪੁਰਾਤਨ ਅਨਮੋਲ ਵਿਰਸਾ ਹੈ। ਇਸ ਨੂੰ ਸ਼ੁੱਧ ਰੂਪ ਵਿੱਚ ਪੜ੍ਹਿਆ ਜਾ ਸਕੇ, ਇਸ ਬਾਰੇ ਵਿਚਾਰ ਕਰ ਰਹੇ ਸਾਂ। ਇਹ ਇਸ ਵਿਚਾਰ ਲੜੀ ਦਾ ਦੂਜਾ ਭਾਗ ਹੈ। ਗੁਰਬਾਣੀ ਦਾ ਸ਼ੁੱਧ ਉਚਾਰਨ ਹੋ ਸਕੇ, ਇਸ ਬਾਰੇ ਇਹ ਯਤਨ ਹੈ। ਵਿਚਾਰ ਕਰਦੇ ਹਾਂ। ਸ਼ਬਦ ਸਿਰਲੇਖਾਂ ਤੋਂ ਸੇਧ ਲੈਣੀ, ਇਹ ਨੰਬਰ 7 ਹੈ ਇਸ ਦਾ। ਗੁਰਬਾਣੀ ਵਿੱਚ ਵਰਤੇ ਗਏ ਸਿਰਲੇਖ ਬੜੇ ਧਿਆਨ ਨਾਲ ਪੜ੍ਹਨੇ ਜ਼ਰੂਰੀ ਹਨ। ਇਹਨਾਂ ਤੋਂ ਸੰਕੇਤਕ ਸੇਧ ਮਿਲਦੀ ਹੈ। ਦੇਵ ਗੰਧਾਰੀ ਰਾਗ ਤੇ ਵਿਚਾਰ ਕਰਦੇ ਹਾਂ। ਰਾਗ ਦੇਵ ਗੰਧਾਰੀ, ਮਹਲਾ ਚੌਥਾ, ਘਰ ਪਹਿਲਾ। ਸ਼ਬਦਾਂ ਦਾ ਇਹ ਛੱਕਾ ਚੌਥੇ ਗੁਰੂ ਜੀ ਦਾ ਹੈ। ਪਹਿਲੇ ਸ਼ਬਦ ਨੂੰ ਛੱਡ ਕੇ ਬਾਕੀ 5 ਸ਼ਬਦਾਂ ਦਾ ਸਿਰਲੇਖ ਕੇਵਲ ਦੇਵ ਗੰਧਾਰੀ ਹੀ ਲਿਖਿਆ ਗਿਆ ਹੈ। ਇਕੱਲੇ ਦੇਵ ਗੰਧਾਰੀ ਅਤੇ ਨਾਨਕ ਸ਼ਬਦ ਤੋਂ ਲਿਖਾਰੀ ਦਾ ਨਾਮ ਨਿਸ਼ਚਿਤ ਕਰਨਾ ਕਠਿਨ ਹੈ। ਪਹਿਲੇ ਸ਼ਬਦ ਦੇ ਸਿਰਲੇਖ ਤੋਂ ਇਹ ਸੇਧ ਮਿਲਦੀ ਹੈ ਕਿ ਜੋ ਬਾਕੀ ਦੇ 5 ਸ਼ਬਦ ਹਨ ਉਹ ਵੀ ਮਹਲਾ ਚੌਥਾ, ਘਰ ਪਹਿਲਾ ਦੇ ਹਨ। ਸੋ ਦੇਵ ਗੰਧਾਰੀ ਬੋਲਣ ਸਮੇਂ ਇਹ ਧਿਆਨ ਵਿੱਚ ਰੱਖਣਾ ਹੈ ਕਿ ਇਹ ਦੇਵ ਗੰਧਾਰੀ ਇਕੱਲਾ ਨਹੀਂ, ਇਸ ਦੇ ਨਾਲ ਮਹਲਾ ਚੌਥਾ, ਘਰ ਪਹਿਲਾ ਸ਼ਾਮਲ ਹੈ, ਜਿਹਾ ਕਿ ਸਿਰਲੇਖ ਤੋਂ ਇਹ ਸਪਸ਼ਟ ਹੈ, ਸੇਧ ਮਿਲਦੀ ਹੈ, ਕਿਉਂਕਿ 6 ਸ਼ਬਦਾਂ ਦਾ ਇੱਕ ਛੱਕਾ ਹੈ। ਇਸ ਤਰ੍ਹਾਂ ਦੇਵ ਗੰਧਾਰੀ ਮਹਲਾ 5ਵਾਂ, ਘਰ ਦੂਜਾ। ਇਸ ਘਰ ਦੇ 2 ਛੱਕੇ ਭਾਵ 12 ਸ਼ਬਦ ਹਨ। ਇਹਨਾਂ ਵਿੱਚ ਪਹਿਲੇ ਅਤੇ 8ਵੇਂ ਸ਼ਬਦ ਦੇ ਸ਼ੁਰੂ ਵਿੱਚ ਮਹਲਾ 5ਵਾਂ ਦਰਜ ਹੈ। ਬਾਕੀ 10 ਸ਼ਬਦਾਂ ਵਿੱਚੋਂ 6 ਸ਼ਬਦਾਂ ਨਾਲ ਇਕੱਲਾ ਦੇਵ ਗੰਧਾਰੀ ਅਤੇ 4 ਸ਼ਬਦਾਂ ਨਾਲ ਦੇਵ ਗੰਧਾਰੀ ਦੇ ਨਾਲ ਅੰਕ 5 ਲਿਖ ਕੇ ਸਿਰਲੇਖ ਲਿਖਿਆ ਗਿਆ ਹੈ। ਪਹਿਲੇ ਸ਼ਬਦ ਦਾ ਸਿਰਲੇਖ ਦੱਸਦਾ ਹੈ ਕਿ ਸਾਰੇ 12 ਸ਼ਬਦਾਂ ਦਾ ਘਰ ਦੂਜਾ ਹੈ ਤੇ ਮਹਲਾ 5ਵਾਂ ਹੈ, ਭਾਵ ਧੰਨ ਸ਼੍ਰੀ ਗੁਰੂ ਅਰਜੁਨ ਸਾਹਿਬ ਜੀ ਦੇ ਸ਼ਬਦ ਹਨ। ਇਹ ਤਾਂ ਹੀ ਪ੍ਰਗਟ ਹੋ ਸਕੇਗਾ ਜੇ ਪਾਠ ਵਿੱਚ ਇਹ ਗੱਲਾਂ ਧਿਆਨ ਵਿੱਚ ਰੱਖੀਆਂ ਜਾਣ ਜੋ ਸਿਰਲੇਖ ਵਿੱਚ ਲਿਖੀਆਂ ਗਈਆਂ ਹਨ। ਜਿੱਥੇ ਵੀ ਇਸ ਸੰਗ੍ਰਹਿ ਵਿੱਚੋਂ ਕੋਈ ਸ਼ਬਦ ਕਿਸੇ ਗੁਟਕੇ ਜਾਂ ਪੋਥੀ ਵਿੱਚ ਲਿਖਿਆ ਗਿਆ ਹੈ, ਉੱਥੇ ਫੁੱਟਨੋਟ ਦੇ ਕੇ ਇਹ ਲਿਖਣਾ ਜ਼ਰੂਰੀ ਬਣਦਾ ਹੈ ਕਿ ਇਹ ਸ਼ਬਦ ਦੇਵ ਗੰਧਾਰੀ ਮਹਲਾ 5ਵਾਂ ਦਾ ਹੈ ਤੇ ਘਰ ਦੂਜੇ ਵਿੱਚ ਇਸ ਨੂੰ ਗਾਇਨ ਕਰਨਾ ਹੈ। ਇਕੱਲੇ ਦੇਵ ਗੰਧਾਰੀ ਸਿਰਲੇਖ ਤੋਂ ਲਿਖਾਰੀ ਦਾ ਨਾਮ ਫਿਕਸ ਨਹੀਂ ਕੀਤਾ ਜਾ ਸਕਦਾ ਜਿੰਨਾ ਚਿਰ ਬੋਲਿਆ ਨਾ ਜਾਵੇ। ਅੰਕ 530 ਉੱਤੋਂ ਅਗਾਂਹ 6 ਸ਼ਬਦਾਂ ਦਾ ਸੰਗ੍ਰਹਿ ਫਿਰ ਸ਼ੁਰੂ ਹੁੰਦਾ ਹੈ, ਜਿਸ ਨੂੰ ਛੱਕਾ ਮੰਨ ਕੇ ਲਿਖਿਆ ਗਿਆ ਹੈ। ਇਹਨਾਂ 6 ਸ਼ਬਦਾਂ ਵਿੱਚ ਇੱਕ ਵਾਰੀ ਸਿਰਲੇਖ ਦੇਵ ਗੰਧਾਰੀ ਮਹਲਾ 5ਵਾਂ ਹੈ ਤੇ 5 ਵਾਰੀ ਦੇਵ ਗੰਧਾਰੀ ਦੇ ਨਾਲ ਅੰਕ 5 ਲਿਖਿਆ ਗਿਆ ਹੈ। ਅਗਾਂਹ 5 ਸ਼ਬਦ ਹੋਰ ਹਨ ਜਿਨ੍ਹਾਂ ਦਾ ਸਿਰਲੇਖ ਦੇਵ ਗੰਧਾਰੀ ਮਹਲਾ 5ਵਾਂ ਹੀ ਹੈ ਤੇ ਅਖੀਰ ਵਿੱਚ ਜੋੜ 23 ਲਿਖਿਆ ਹੈ।
23 ਸ਼ਬਦਾਂ ਵਿੱਚ 6 ਸ਼ਬਦ ਚੌਥੇ ਗੁਰੂ ਜੀ ਦੇ ਤੇ 17 ਸ਼ਬਦ ਪੰਜਵੇਂ ਗੁਰੂ ਜੀ ਦੇ ਹਨ। ਸਿਰਲੇਖ ਤੋਂ ਪਤਾ ਲੱਗਦਾ ਹੈ ਕਿ ਉਸ ਯੂਨਿਟ ਵਿੱਚ ਜੋ ਸ਼ਬਦ ਹਨ ਉਹ ਸਾਰੇ ਉਸੇ ਹੀ ਸਿਰਲੇਖ ਵਾਲੇ ਹਨ ਜਿਹੜਾ ਕਿ ਪਹਿਲਾਂ ਸੰਕੇਤਕ ਤੌਰ ਤੇ ਲਿਖਿਆ ਗਿਆ ਹੈ। ਅੰਮ੍ਰਿਤ ਕੀਰਤਨ ਪੋਥੀ ਵਿੱਚ ਇੱਕ ਸ਼ਬਦ ਦਰਜ ਹੈ ਜਿਸਦਾ ਸਿਰਲੇਖ ਹੈ ਦੇਵ ਗੰਧਾਰੀ। ਇਹ ਸ਼ਬਦ ਹੈ ਮੇਰੋ ਸੁੰਦਰ ਕਹੋ ਮਿਲੈ ਕਿਤੋ ਗਲੀ। ਇਸ ਸ਼ਬਦ ਨੂੰ ਲਿਖ ਕੇ ਪੋਥੀ ਲਿਖਣ ਵਾਲਿਆਂ ਨੇ ਸਿਰਲੇਖ ਦੇਵ ਗੰਧਾਰੀ ਦੇ ਬ੍ਰੈਕਟ ਵਿੱਚ ਅੱਗੇ ਜਾ ਕੇ ਲਿਖਿਆ ਹੈ ਦੇਵ ਗੰਧਾਰੀ ਮਹਲਾ ਪੰਜਵਾਂ, ਜਿਸ ਤੋਂ ਪਤਾ ਲੱਗਦਾ ਹੈ ਕਿ ਇਹ ਸ਼ਬਦ ਦੇਵ ਗੰਧਾਰੀ ਰਾਗ ਦਾ ਹੈ ਤੇ ਇਹ ਮਹਲਾ ਚੌਥਾ ਦਾ ਹੈ, ਪੰਜਵਾਂ ਦਾ ਨਹੀਂ, ਮਹਲਾ ਚੌਥਾ ਦਾ। ਉਹਨਾਂ ਨੇ ਬ੍ਰੈਕਟ ਵਿੱਚ ਇਹ ਗੱਲ ਲਿਖੀ ਹੈ ਤਾਂ ਕਿ ਗਾਉਣ ਵਾਲੇ ਨੂੰ ਪਤਾ ਲੱਗੇ ਇਹ ਸ਼ਬਦ ਕਿਸ ਗੁਰੂ ਜੀ ਦੀ ਰਚਨਾ ਹੈ, ਕਿਉਂਕਿ ਸਿਰਲੇਖ ਵਿੱਚ ਇਹ ਗੱਲਾਂ ਦੇਵ ਗੰਧਾਰੀ ਹੈ, ਪਰ ਜਿਸ ਸੰਗ੍ਰਹਿ ਦੇ ਵਿੱਚੋਂ ਇਹ ਸ਼ਬਦ ਹੈ ਉਸ ਸੰਗ੍ਰਹਿ ਦੇ ਬਾਰੇ ਜਾਣਕਾਰੀ ਸਿਰਲੇਖ ਵਿੱਚ ਦਿੱਤੀ ਗਈ ਸੀ, ਦੇਵ ਗੰਧਾਰੀ ਮਹਲਾ ਚੌਥਾ। ਸੋ ਇਸ ਤਰ੍ਹਾਂ ਜ਼ਰੂਰੀ ਹੈ ਸ਼ਬਦਾਂ ਦੇ ਸਿਰਲੇਖ ਜੋ ਹਨ ਇਹਨਾਂ ਨੂੰ ਸਿਰਲੇਖ ਵਿੱਚ ਸ਼ੁਰੂ ਦੇ ਸਿਰਲੇਖ ਵਿੱਚ ਦਿੱਤੀ ਹੋਈ ਸੇਧ ਤੋਂ ਅਗਾਂਹ ਧਿਆਨ ਵਿੱਚ ਰੱਖ ਕੇ ਉਸ ਸਿਰਲੇਖ ਦੀ ਸੇਧ ਨੂੰ ਧਿਆਨ ਵਿੱਚ ਰੱਖ ਕੇ ਪਾਠ ਵਿੱਚ ਸ਼ਬਦ ਸ਼ਾਮਲ ਕਰਨੇ। ਸਿਰਲੇਖ ਪੂਰੇ ਬੋਲੇ ਜਾਣ ਜਿਵੇਂ ਕਿ ਗੁਰੂ ਜੀ ਵੱਲੋਂ ਹੀ ਸੇਧ ਦਿੱਤੀ ਗਈ ਹੈ ਤਾਂ ਗੱਲ ਸਪਸ਼ਟ ਹੋ ਜਾਂਦੀ ਹੈ। ਸੰਕੇਤ ਕੇਵਲ ਇਸ਼ਾਰੇ ਮਾਤਰ ਹੁੰਦਾ ਹੈ, ਵਾਰ-ਵਾਰ ਨਹੀਂ ਲਿਖਿਆ ਜਾਂਦਾ। ਜਿਵੇਂ ਧਨਾਸ਼ਰੀ ਮਹਲਾ 3 ਪਾ ਕੇ ਅੱਗੇ ਸ਼ਬਦਾਂ ਵਿੱਚ ਤੀਜਾ ਲਿਖਿਆ ਮਿਲਦਾ ਹੈ। ਇਸ ਦਾ ਭਾਵ ਇਹ ਹੈ ਕਿ ਮਹਲਾ ਸ਼ਬਦ ਨਾਲ ਜੋ 3 ਅੰਕ ਹੈ ਲਿਖ ਕੇ ਦੱਸਿਆ ਗਿਆ ਕਿ ਇਸ ਨੂੰ ਤੀਜਾ ਪੜ੍ਹਨਾ ਹੈ, ਪਰ ਸਾਰੇ ਤੀਸਰੇ ਪਾਤਸ਼ਾਹ ਜੀ ਦੇ ਸ਼ਬਦਾਂ ਨਾਲ ਇਹ ਤੀਜਾ ਸ਼ਬਦ ਨਹੀਂ ਲਿਖਿਆ, ਸਿਰਫ ਇੱਕੋ ਸ਼ਬਦ ਵਿੱਚ ਲਿਖਿਆ ਹੈ, 3 ਨੂੰ ਤੀਜਾ ਸ਼ਬਦਾਂ ਵਿੱਚ ਲਿਖਿਆ ਹੈ। ਤੇ ਇਸ ਤੋਂ ਸੇਧ ਮਿਲਦੀ ਹੈ ਕਿ ਜਿਹੜੇ ਬਾਕੀ ਸ਼ਬਦ ਵੀ ਹਨ ਧਨਾਸ਼ਰੀ ਮਹਲਾ 3 ਨਹੀਂ, ਉਹਨਾਂ ਨੂੰ ਤੀਜਾ ਕਰਕੇ ਪੜ੍ਹਨਾ ਹੈ, ਕਿਉਂਕਿ ਸਿਰਲੇਖ ਤੋਂ ਸੇਧ ਮਿਲਦੀ ਹੈ। ਤੋ ਇਹ ਸਿਰਲੇਖਾਂ ਤੋਂ ਜੋ ਸੇਧ ਮਿਲਦੀ ਹੈ ਇਹ ਬਾਕੀ ਸ਼ਬਦਾਂ ਉੱਪਰ ਵੀ ਲਾਗੂ ਕਰਨੀ ਚਾਹੀਦੀ ਹੈ ਤਾਂ ਜੋ ਸਤਿਗੁਰੂ ਜੀ ਦਾ ਜੋ ਆਸ਼ਾ ਹੈ ਲਿਖਣ ਦਾ ਉਹ ਪੂਰਾ ਹੋ ਸਕੇ। ਗੌੜੀ ਕੀ ਵਾਰ ਮਹਲਾ ਚੌਥਾ ਅੰਕ 300। ਇਸ ਵਾਰ ਵੱਲ ਧਿਆਨ ਦੇਈਏ ਤਾਂ ਇਸ ਵਾਰ ਵਿੱਚ ਪੌੜੀਆਂ ਜੋ ਹਨ ਉਹ ਚੌਥੇ ਸਤਿਗੁਰੂ ਜੀ ਦੀਆਂ ਹਨ, ਕਿਉਂਕਿ ਵਾਰਾਂ ਪਹਿਲਾਂ ਪੌੜੀਆਂ ਵਿੱਚ ਹੀ ਹੁੰਦੀਆਂ ਸਨ। ਇਹਨਾਂ ਵਾਰਾਂ ਨਾਲ ਜੋ ਸ਼ਲੋਕ ਦਰਜ ਕੀਤੇ ਗਏ ਹਨ ਇਹ ਧੰਨ ਨੂੰ ਗੁਰੂ ਅਰਜੁਨ ਸਾਹਿਬ ਜੀ ਨੇ ਦਰਜ ਕੀਤੇ ਹਨ। ਸੋ ਪੌੜੀਆਂ ਜੋ ਹਨ ਉਹ ਚੌਥੇ ਪਾਤਸ਼ਾਹ ਜੀ ਦੀਆਂ ਹਨ। ਗੌੜੀ ਕੀ ਵਾਰ ਮਹਲਾ ਚੌਥਾ ਇਸ ਸਿਰਲੇਖ ਦੱਸਦਾ ਹੈ ਕਿ ਧੰਨ ਨੂੰ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਲਿਖੀ ਹੋਈ ਵਾਰ ਹੈ। ਇਸ ਵਾਰ ਦੀਆਂ 33 ਪੌੜੀਆਂ ਹਨ। ਹੁਣ ਆਪਾਂ ਪੌੜੀਆਂ ਵਿੱਚ ਜੋ ਸਿਰਲੇਖ ਦਰਜ ਹਨ ਉਹਨਾਂ 'ਤੇ ਵਿਚਾਰ ਕਰਦੇ ਹਾਂ। ਪੌੜੀ ਨੰਬਰ 27, ਪੌੜੀ ਨੰਬਰ 28 ਅਤੇ ਪੌੜੀ ਨੰਬਰ 29। ਇਹਨਾਂ 3 ਪੌੜੀਆਂ ਵਿੱਚ ਜੋ ਸਿਰਲੇਖ ਹੈ ਪੌੜੀ ਦੇ ਅੱਗੇ ਕੇਵਲ 5 ਹੈ, ਅੰਕ 5 ਲਿਖਿਆ ਗਿਆ ਹੈ। ਪੌੜੀ 5, ਪੌੜੀ 5, ਪੌੜੀ 5।
ਇਸ ਨੂੰ ਆਮ ਤੌਰ 'ਤੇ ਪਾਠਕ ਵੀ ਹੋ ਸਕਦਾ ਪੌੜੀ 5 ਹੀ ਕਹਿੰਦੇ ਹੋਣ। ਇਹ ਜੋ 3 ਪੌੜੀਆਂ ਹਨ, ਇਹਨਾਂ ਪੌੜੀਆਂ ਨਾਲ ਜੋ ਸ਼ਲੋਕ ਹਨ, ਇਹ ਵੀ ਗੱਲ ਵਿਚਾਰਨ ਵਾਲੀ ਹੈ ਕਿ ਜੋ ਸ਼ਲੋਕ ਹਨ ਇਹਨਾਂ ਪੌੜੀਆਂ ਦੇ ਨਾਲ, ਉਹ ਧੰਨ ਸ਼੍ਰੀ ਗੁਰੂ ਅਰਜੁਨ ਸਾਹਿਬ ਜੀ ਦੇ ਹਨ। ਇਸ ਤੋਂ ਸਪਸ਼ਟ ਹੈ ਕਿ ਜੇ ਸ਼ਲੋਕ ਵੀ ਸਾਰੇ 5ਵੇਂ ਪਾਤਸ਼ਾਹ ਜੀ ਦੇ ਹਨ, ਤੇ ਜਿਹੜੇ ਪੌੜੀਆਂ ਹਨ ਉਹਨਾਂ ਨਾਲ ਜੋ ਪਾਂਜਾ ਲਿਖਿਆ ਹੋਇਆ ਹੈ, ਇਹ ਇਸ ਗੱਲ ਦਾ ਸੰਕੇਤ ਹੈ ਕਿ ਇਹ ਮਹੱਲਾ 5ਵਾਂ ਹੈ। ਇਹ ਚੌਥੇ ਸਤਿਗੁਰੂ ਜੀ ਦੀਆਂ ਪੌੜੀਆਂ ਨਹੀਂ ਹਨ। ਸਪੈਸ਼ਲ ਤੌਰ 'ਤੇ ਇੱਥੇ ਪਾਂਜਾ ਲਿਖਿਆ ਗਿਆ ਹੈ। ਪੌੜੀ 5ਵੀਂ ਪਾਠ ਨਹੀਂ ਹੋ ਸਕਦਾ, ਕਿਉਂਕਿ ਪੌੜੀ 27 ਵੀ ਹੈ, ਤੇ ਇਸ ਦੇ ਸਿਰਲੇਖ ਵਿੱਚ ਲਿਖਿਆ ਹੈ ਪੌੜੀ ਅੰਕ 5। ਇਸ ਨੂੰ ਪੌੜੀ 5ਵੀਂ ਨਹੀਂ ਕਿਹਾ ਜਾ ਸਕਦਾ, ਕਿਉਂਕਿ ਪੌੜੀ ਦਾ ਅਸਲ ਵਿੱਚ 27 ਵੀ ਹੈ। ਇਸ ਨੂੰ ਪੌੜੀ 5ਵਾਂ ਵੀ ਨਹੀਂ ਕਹਿ ਸਕਦਾ, ਪੌੜੀ 5ਵਾਂ, ਕਿਉਂਕਿ ਪੌੜੀ ਸ਼ਬਦ ਇਸਤਰੀ ਲਿੰਗ ਹੈ। 5ਵਾਂ ਸ਼ਬਦ ਜੋ ਹੈ ਇਹ ਕਰਮਵਾਚਕ ਸੰਖੇਪ ਵਿਸ਼ੇਸ਼ਣ ਹੈ ਜੋ ਪੁਲਿੰਗ ਰੂਪ ਨਾਲ ਸੰਬੰਧ ਰੱਖਦਾ ਹੈ। ਸੋ ਨਾ ਤਾਂ ਪੌੜੀ 5 ਕਹਿ ਸਕਦੇ ਹਾਂ, ਕਿਉਂਕਿ ਪੌੜੀ 27ਵੀਂ ਚੱਲਦੀ ਹੈ। ਪੌੜੀ 5 ਨਹੀਂ ਕਹਿ ਸਕਦੇ, ਪੌੜੀ 28ਵੀਂ ਚੱਲਦੀ ਹੈ। ਪੌੜੀ 5 ਨਹੀਂ ਕਹਿ ਸਕਦੇ, ਪੌੜੀ 29ਵੀਂ ਚੱਲਦੀ ਹੈ। ਤੇ ਇੱਥੇ ਜੋ ਪਾਂਜਾ ਹੈ, ਇਹ ਸੰਖੇਪ ਰੂਪ ਵਿੱਚ ਪਾਂਜਾ ਲਿਖਿਆ ਹੈ। ਸੋ ਸ਼ਲੋਕਾਂ ਤੋਂ ਇਹ ਸੰਕੇਤ ਮਿਲਦਾ ਹੈ ਕਿ ਇਹ ਜੋ ਪੌੜੀ ਅੰਕ 5 ਲਿਖਿਆ ਹੈ, ਇਹ ਪੌੜੀ ਮਹੱਲਾ 5ਵਾਂ ਹੈ, ਭਾਵ ਇਹ 5ਵੇਂ ਸਤਿਗੁਰੂ ਦੀ ਪੌੜੀ ਹੈ। ਤੋ ਸਿਰਲੇਖ ਠੀਕ ਪੜ੍ਹਿਆ ਜਾਏ ਪੌੜੀ ਮਹੱਲਾ 5ਵਾਂ, ਤਾਂ ਗੱਲ ਸਪਸ਼ਟ ਹੋ ਜਾਂਦੀ ਹੈ। ਇਸ ਤਰ੍ਹਾਂ ਚੱਲੀਏ ਅੱਗੇ। ਪੌੜੀ ਨੰਬਰ 30 ਅਤੇ ਪੌੜੀ ਨੰਬਰ 31, ਇਹਨਾਂ ਪੌੜੀਆਂ ਵਿੱਚ ਜੋ ਸ਼ਲੋਕ ਹਨ ਉਹ ਧੰਨ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਹਨ। ਇਹਨਾਂ ਸ਼ਲੋਕਾਂ ਨਾਲ ਜੋ ਪੌੜੀਆਂ ਹਨ, ਪੌੜੀ ਨੰਬਰ 30 ਅਤੇ 31, ਇਹਨਾਂ ਪੌੜੀਆਂ ਵਿੱਚ ਲਿਖਿਆ ਗਿਆ ਹੈ ਪੌੜੀ ਮੱਮਾ ਅੱਗੇ 2 ਬਿੰਦੀਆਂ ਤੇ ਅੰਕ 5। ਪੌੜੀ ਮੱਮਾ 2 ਬਿੰਦੀਆਂ 5। ਮੱਮਾ 2 ਬਿੰਦੀਆਂ ਇਹ ਸੰਕੇਤ ਹੈ ਮਹੱਲਾ। ਮਹੱਲਾ ਸ਼ਬਦ ਨੂੰ ਸੰਖੇਪ ਰੂਪ ਵਿੱਚ ਲਿਖਿਆ ਹੈ 2 ਬਿੰਦੀਆਂ ਪਾ ਕੇ। ਅੱਗੇ ਪਾਂਜਾ ਹੈ, ਉਸ ਦਾ ਉਚਾਰਨ ਹੈ 5ਵੀਂ। ਸੋ ਇੱਥੇ 5 ਦਾ ਅਰਥ ਹੈ 5ਵਾਂ, ਕਿਉਂਕਿ ਪੌੜੀ ਨਾਲ ਸੰਬੰਧ ਨਹੀਂ ਇਸਦਾ, ਪੌੜੀ ਦੀ ਗਿਣਤੀ ਨਾਲ ਸੰਬੰਧ ਨਹੀਂ। ਪੌੜੀ ਦਾ 30ਵੀਂ ਚੱਲਦੀ ਹੈ। ਸੋ ਪਾਠ ਹੋਏਗਾ ਪੌੜੀ ਮਹੱਲਾ 5ਵਾਂ। 31ਵੀਂ ਪੌੜੀ ਹੈ, ਸਿਰਲੇਖ ਵੀ ਇਸ ਤਰ੍ਹਾਂ ਪੜ੍ਹਿਆ ਜਾਏਗਾ ਪੌੜੀ ਮਹੱਲਾ 5ਵਾਂ। ਸੋ ਸਪਸ਼ਟ ਹੈ ਕਿ ਸ਼ਲੋਕ ਚੌਥੇ ਸਤਿਗੁਰੂ ਜੀ ਦੇ ਹਨ ਤੇ ਪੌੜੀਆਂ 5ਵੇਂ ਪਾਤਸ਼ਾਹ ਜੀ ਦੀਆਂ ਹਨ। ਇਸ ਕਰਕੇ ਇੱਥੇ ਵਿਸਥਾਰ ਨਾਲ ਲਿਖਤਾ ਗਿਆ ਹੈ ਪੌੜੀ ਮਹੱਲਾ 5ਵਾਂ। ਸੋ ਮਹੱਲਾ ਸ਼ਬਦ ਦੋਹਾਂ ਪੌੜੀ 'ਚ ਪਾਤਾ ਗਿਆ, ਭਾਵੇਂ ਸੰਖੇਪ ਰੂਪ 'ਚ ਪਾਇਆ ਹੈ। ਜੋ 27, 28, 29 ਪੌੜੀਆਂ ਹਨ, ਇਹਨਾਂ ਵਿੱਚ ਮਹੱਲਾ ਸ਼ਬਦ ਨਹੀਂ ਪਾਇਆ ਗਿਆ। ਇਹਨਾਂ ਵਿੱਚ ਕੇਵਲ ਅੰਕ 5 ਲਿਖਿਆ ਗਿਆ ਹੈ। ਕਿਉਂਕਿ ਜੋ ਸ਼ਲੋਕ ਹਨ ਉਹ 5ਵੇਂ ਸਤਿਗੁਰੂ ਜੀ ਦੇ ਹੀ ਹਨ ਸਾਰੇ ਇਹਨਾਂ ਪੌੜੀਆਂ ਨਾਲ, ਜਿਨ੍ਹਾਂ ਤੋਂ ਸਪਸ਼ਟ ਹੈ ਕਿ ਪੌੜੀ ਵੀ ਉਸੇ ਸਤਿਗੁਰੂ ਜੀ ਦੀ ਹੈ ਜਿਸ ਦੇ ਸ਼ਲੋਕ ਹਨ। ਇਹ 5 ਇਸ ਗੱਲ ਦਾ ਸੰਕੇਤ ਹੈ। ਸੋ ਸਿਰਲੇਖ ਉੱਥੇ ਵੀ ਪੌੜੀ ਮਹੱਲਾ 5ਵਾਂ ਹੀ ਹੈ, ਤੇ ਇੱਥੇ 30, 31 ਵਿੱਚ ਵੀ ਸਪਸ਼ਟ ਤੌਰ 'ਤੇ ਲਿਖਿਆ ਗਿਆ। ਪੌੜੀ ਨੰਬਰ 32, ਇਸ 'ਤੇ ਵਿਚਾਰ ਕਰੀਏ। ਇਸ ਪੌੜੀ ਵਿੱਚ ਸ਼ਲੋਕ ਹਨ ਮਹੱਲਾ 5ਵਾਂ ਦੇ, ਧੰਨ ਗੁਰੂ ਅਰਜੁਨ ਸਾਹਿਬ ਜੀ ਦੇ ਸ਼ਲੋਕ ਹਨ। ਤੇ ਜੋ ਪੌੜੀ ਹੈ ਇਸ ਨਾਲ ਕੋਈ ਵੀ ਅੰਕ ਨਹੀਂ ਲੱਗਾ ਹੋਇਆ। ਪੌੜੀ ਦੇ ਨਾਲ ਕੋਈ ਵੀ ਅੰਕ ਨਹੀਂ ਲੱਗਾ ਹੋਇਆ। ਸ਼ਲੋਕ 5ਵੇਂ ਪਾਤਸ਼ਾਹ ਜੀ ਦੇ ਹਨ। ਇਸ ਤੋਂ ਸਪਸ਼ਟ ਹੈ ਕਿ ਇਹ ਜੋ ਪੌੜੀ ਹੈ ਇਹ 5ਵੇਂ ਪਾਤਸ਼ਾਹ ਜੀ ਦੀ ਨਹੀਂ, ਇਹ ਚੌਥੇ ਸਤਿਗੁਰੂ ਜੀ ਦੀ ਹੈ, ਕਿਉਂਕਿ ਪੌੜੀਆਂ ਸਾਰੀਆਂ ਵਾਰ ਦੀਆਂ ਪੌੜੀਆਂ ਉਹਨਾਂ ਦੀਆਂ ਹਨ
ਜਿੱਥੇ ਪੌੜੀ ਦੇ ਨਾਲ ਕੋਈ ਅੰਕ ਨਹੀਂ ਲਿਖਿਆ ਹੋਇਆ, ਇਹ ਪੌੜੀ ਚੌਥੇ ਸਤਿਗੁਰੂ ਜੀ ਦੀ ਹੈ। ਸੋ ਜੇ ਇਹ ਪੰਜਵੇਂ ਪਾਤਸ਼ਾਹ ਜੀ ਲਿਖੀ ਹੁੰਦੀ ਤਾਂ ਅੱਗੇ ਸੰਕੇਤ ਪਾਂਜਾ ਹੋਣਾ ਸੀ ਜਾਂ ਮਹੱਲਾ ਪੰਜਵਾਂ ਹੋਣਾ ਸੀ, ਜੋ ਨਹੀਂ ਹੈ। ਸੋ ਇਸ ਤਰ੍ਹਾਂ ਜੋ ਪੌੜੀਆਂ ਦੇ ਜਾਂ ਜੋ ਸਾਨੂੰ ਇਹ ਬਾਣੀ ਦੇ ਸਿਰਲੇਖ ਮਿਲਦੇ ਹਨ, ਬੜੇ ਕੀਮਤੀ ਹਨ। ਇਹਨਾਂ ਨੂੰ ਸਮਝ ਕੇ ਇਹਨਾਂ ਦਾ ਸ਼ੁੱਧ ਪਾਠ ਹੋ ਸਕੇ, ਇਸ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ। ਸੋ ਸੇਧ ਤੇ ਸੰਕੇਤ ਕੀ ਮਿਲੇ? ਪੌੜੀ 5 ਦਾ ਪਾਠ ਪੌੜੀ ਮਹੱਲਾ ਪੰਜਵਾਂ ਠੀਕ ਬਣਦਾ ਹੈ। ਪੌੜੀ 5 ਨਹੀਂ ਕਿਹਾ ਜਾ ਸਕਦਾ, ਕਿਉਂਕਿ ਪੌੜੀ ਜਿਹੜੀ ਹੈ ਉਹ ਪੰਜਵੀਂ ਨਹੀਂ। ਪੌੜੀ ਦੀ ਗਿਣਤੀ ਜਿਹੜੀ ਹੈ ਉਹ 27, 28, 29 ਹੈ। ਪੌੜੀ ਪੰਜਵਾਂ ਵੀ ਨਹੀਂ ਕਹਿ ਸਕਦੇ, ਕਿਉਂਕਿ ਇਹ ਵਾਕ ਰਚਨਾ ਹੀ ਅਧੂਰੀ ਹੈ। ਪੌੜੀ ਪੰਜਵਾਂ, ਕਿਉਂਕਿ ਪੌੜੀ ਇਸਤਰੀਲਿੰਗ ਸ਼ਬਦ ਹੈ, ਪੰਜਵਾਂ ਪੁਲਿੰਗ ਸ਼ਬਦ ਹੈ, ਇਹ ਆਪਸ ਵਿੱਚ ਮੇਲ ਨਹੀਂ ਖਾਂਦੇ। ਅੱਗੇ ਚਲਿए। गौड़ी की वार महला पंजवा, राय कमाल दी मौजदी की वार की तुनी उपर गावनी। राय कमाल दी मौजदी की वार, ਇਸ ਵਿੱਚ ਸਾਰੇ ਸ਼ਲੋਕ ਜੋ ਹਨ ਉਹ ਗੁਰੂ ਅਰਜੁਨ ਸਾਹਿਬ ਜੀ ਦੇ ਹਨ ਤੇ ਸਾਰੀਆਂ ਹੀ 21 ਪੌੜੀਆਂ ਨਾਲ ਕਿਤੇ ਵੀ ਮਹੱਲਾ ਪੰਜਵਾਂ ਇਕੱਲਾ ਇਹ ਅੰਕ ਨਹੀਂ ਹੈ। ਪੌੜੀ ਨਾਲ ਕਿਤੇ ਵੀ ਪੰਜਾ ਨਹੀਂ ਲਿਖਿਆ ਹੋਇਆ। ਕਿਉਂ? ਕਿਉਂਕਿ ਸਾਰੀਆਂ ਪੌੜੀਆਂ ਹੀ ਸਤਿਗੁਰੂ ਅਰਜੁਨ ਸਾਹਿਬ ਜੀ ਦੀਆਂ ਹਨ। ਕਿਉਂਕਿ ਵਾਰ ਦਾ ਸਿਰਲੇਖ ਦੱਸਦਾ ਹੈ ਗੌੜੀ ਕੀ ਵਾਰ ਮਹੱਲਾ ਪੰਜਵਾਂ। ਜੇ ਪੌੜੀ ਨਾਲ ਕੋਈ ਅੰਕ ਨਹੀਂ ਤਾਂ ਸਪਸ਼ਟ ਹੈ ਕਿ ਵਾਰ ਦੇ ਜੋ ਰਚਨਹਾਰ ਹਨ ਇਹ ਉਹਨਾਂ ਦੀਆਂ ਹੀ ਪੌੜੀਆਂ ਹਨ। ਗੌੜੀ ਕੀ ਵਾਰ ਮਹੱਲਾ ਚੌਥਾ ਵਿੱਚ ਜਿਨ੍ਹਾਂ ਪੌੜੀਆਂ ਨਾਲ ਅੰਕ 5 ਲੱਗਾ ਹੋਇਆ ਹੈ ਉਹ ਸੰਕੇਤ ਹੈ ਕਿ ਪੌੜੀਆਂ ਪੰਜਵੇਂ ਸਤਿਗੁਰੂ ਜੀ ਦੀਆਂ ਹਨ ਤੇ ਠੀਕ ਪਾਠ ਕਰਨ ਲਈ ਪੌੜੀ ਮਹੱਲਾ ਪੰਜਵਾਂ ਠੀਕ ਬਣਦਾ ਹੈ। ਪੱਟਾਂ ਦੇ ਸਵਈਆਂ ਦੇ ਜੋ ਸਿਰਲੇਖ ਹਨ ਇਹਨਾਂ ਦੇ ਵਿਚਾਰ ਕਰਦੇ ਹਾਂ। ਸਵਈਏ ਮਹੱਲੇ ਪਹਿਲੇ ਕੇ, ਇਸ ਤੋਂ ਬਾਅਦ ਹੈ ਅੰਕ 1। ਸਵਈਏ ਮਹੱਲੇ ਦੂਜੇ ਕੇ, ਇਸ ਤੋਂ ਬਾਅਦ ਹੈ ਅੰਕ 2। ਸਵਈਏ ਮਹੱਲੇ ਤੀਜੇ ਕੇ, ਇਸ ਤੋਂ ਬਾਅਦ ਅੰਕ ਹੈ 3। ਸਵਈਏ ਮਹੱਲੇ ਪੰਜਵੇਂ ਕੇ, ਇਸ ਤੋਂ ਬਾਅਦ ਅੰਕ ਹੈ 5। ਆਓ ਹੁਣ ਵਿਚਾਰ ਕਰੀਏ ਇਹ ਜੋ ਅੰਕ ਹਨ ਇਹਨਾਂ ਦਾ ਅਰਥ ਕੀ ਹੈ, ਇਹਨਾਂ ਦਾ ਪਾਠ ਕੀ ਹੈ, ਇਹਨਾਂ ਨੂੰ ਕਿਵੇਂ ਬੋਲਣਾ ਹੈ। ਅੰਕਾਂ ਦੇ ਪਾਠ ਨੂੰ ਸਮਝਣ ਲਈ ਸਿਰਲੇਖ ਦੇਖਦੇ ਹਾਂ ਜਿਹੜਾ ਸਤਿਗੁਰੂ ਅਰਜੁਨ ਸਾਹਿਬ ਜੀ ਦੇ ਸਵਈਆਂ ਦਾ ਹੈ। ਸਤਿਗੁਰੂ ਅਰਜੁਨ ਸਾਹਿਬ ਜੀ ਦੇ ਸਵਈਏ 20 ਹਨ। 2 ਸੰਗ੍ਰਹਿ ਹਨ 9 ਤੇ 11 ਸਵਈਆਂ ਦੇ। ਉਹਨਾਂ ਦੇ ਸਿਰਲੇਖ ਵੱਲ ਝਾਤ ਮਾਰੀਏ ਤਾਂ ਸਿਰਲੇਖ ਹੈ ਸਵਈਏ ਸ਼੍ਰੀ ਮੁੱਖ ਵਾਕਿਆ ਮਹੱਲਾ ਪੰਜਵਾਂ। ਸਵਈਏ ਸ਼੍ਰੀ ਮੁੱਖ ਵਾਕਿਆ ਮਹੱਲਾ ਪੰਜਵਾਂ। ਇੱਥੇ ਸ਼੍ਰੀ ਮੁੱਖ ਵਾਕਿਆ ਕਿਉਂ ਲਿਖਿਆ ਗਿਆ? ਇਸ ਕਰਕੇ ਕਿ ਇਹ ਜੋ ਸਵਈਏ ਹਨ ਭੱਟਾਂ ਦੇ ਸਵਈਆਂ ਨਾਲੋਂ ਅਲੱਗ ਹਨ। ਇਹਨਾਂ ਦੇ ਰਚਨਕਾਰ ਪੰਜਵੇਂ ਸਤਿਗੁਰੂ ਜੀ ਹਨ, ਸ਼੍ਰੀ ਮੁੱਖ ਵਾਕਿਆ। ਹੁਣ ਦੇਖੀਏ ਜੋ ਭੱਟਾਂ ਦੇ ਸਵਈਏ ਹਨ ਉਹਨਾਂ ਦੇ ਨਾਲ ਜੋ ਅੰਕ ਲੱਗੇ ਹੋਏ ਹਨ ਉਹ ਕੀ ਅਰਥ ਰੱਖਦੇ ਹਨ, ਉਹਨਾਂ ਦਾ ਪਾਠ ਕੀ ਹੈ। ਸਵਈਏ ਸ਼੍ਰੀ ਮੁੱਖ ਵਾਕਿਆ ਮਹੱਲਾ ਪੰਜਵਾਂ ਨੂੰ ਆਪਾਂ ਇਸ ਤਰ੍ਹਾਂ ਲਿਖ ਸਕਦੇ ਹਾਂ, ਸਮਝ ਸਕਦੇ ਹਾਂ। ਸਵਈਏ ਮਹੱਲੇ ਪੰਜਵੇਂ ਕੇ 5। ਸਵਈਏ ਸ਼੍ਰੀ ਮੁੱਖ ਵਾਕਿਆ ਮਹੱਲਾ ਪੰਜਵਾਂ ਨੂੰ ਇਸ ਤਰ੍ਹਾਂ ਸਮਝ ਸਕਦੇ ਹਾਂ, ਮਹੱਲੇ ਪੰਜਵੇਂ ਕੇ ਤੇ 5। ਜਾਂ ਸਵਈਏ
ਮਹਲਾ ਪੰਜਵਾਂ ਪੰਜ, ਜਿਸ ਤਰ੍ਹਾਂ ਤਨਾਸ਼ਰੀ ਮਹਲਾ 3 ਪਾ ਕੇ ਤੀਜਾ ਲਿਖਿਆ ਮਿਲਦਾ ਹੈ, ਇਸ ਤਰ੍ਹਾਂ ਇਸ ਸਿਰਲੇਖ ਨੂੰ ਵੀ ਇਸ ਤਰ੍ਹਾਂ ਆਪਾਂ ਸਮਝ ਸਕਦੇ ਹਾਂ। ਸਵਈਏ ਮਹਲੇ ਪੰਜਵੇਂ ਕੇ ਪੰਜ। ਹੁਣ ਪੰਜ ਸ਼ਬਦ ਜੋ ਹੈ ਇਹ ਸਤਿਗੁਰੂ ਅਰਜੁਨ ਦੇਵ ਜੀ ਨਾਲ ਸੰਬੰਧ ਰੱਖਦਾ ਹੈ। ਸਵਈਏ ਮਹਲੇ ਪੰਜਵੇਂ ਕੇ ਪੰਜ ਜਾਂ ਸਵਈਏ ਮਹਲਾ ਪੰਜਵਾਂ। ਪੱਟਾਂ ਦੇ ਸਵਈਆਂ ਵਿੱਚ ਲਿਖਿਆ ਹੈ ਸਵਈਏ ਮਹਲੇ ਪਹਿਲੇ ਕੇ ਤੋਂ ਬਾਅਦ ਏਕਾ ਹੈ। ਜਿਸ ਤਰ੍ਹਾਂ ਮਹਲਾ 5 ਤੋਂ ਬਾਅਦ ਪੰਜਵਾਂ ਲਿਖਿਆ ਗਿਆ, ਮਹਲਾ ਤਨਾਸ਼ਰੀ ਮਹਲਾ 3 ਦੇ ਨਾਲ ਤੀਜਾ ਲਿਖਿਆ ਗਿਆ, ਭਾਵ 3 ਨੂੰ ਪੜ੍ਹਨਾ ਹੈ ਤੀਜਾ। ਇੱਥੇ ਸਵਈਏ ਮਹਲੇ ਪਹਿਲੇ ਕੇ ਜੋ ਏਕਾ ਹੈ ਅੱਗੇ, ਉਹਦਾ ਅਰਥ ਹੈ ਪਹਿਲੇ ਕੇ, ਉਹਦਾ ਪਾਠ ਹੈ ਪਹਿਲੇ ਕੇ। ਜਿਵੇਂ 3 ਦਾ ਅੰਕ ਹੈ ਤੀਜਾ, 5 ਦਾ ਅਰਥ ਹੈ ਪੰਜਵਾਂ, 1 ਦਾ ਅਰਥ ਹੈ ਪਹਿਲਾ। ਇਸ ਤਰ੍ਹਾਂ ਹੀ ਇੱਥੇ ਪਹਿਲਾ ਨਹੀਂ ਹੈ, ਇੱਥੇ ਹੈ ਪਹਿਲੇ ਕੇ, ਕਿਉਂਕਿ ਇੱਥੇ ਸਤਿਗੁਰੂ ਨਾਨਕ ਦੇਵ ਜੀ ਦੇ ਸੰਬੰਧੀ ਸਵਈਏ ਹਨ। ਇਸ ਕਰਕੇ ਸਿਰਲੇਖ ਵਿੱਚ ਲਿਖਣਾ ਪਿਆ ਮਹੱਲੇ ਪਹਿਲੇ ਕੇ। ਇਹਦਾ ਮਤਲਬ ਇਹ ਨਹੀਂ ਕਿ ਇਹ ਸਵਈਏ ਸਤਿਗੁਰੂ ਨਾਨਕ ਦੇਵ ਜੀ ਨੇ ਉਚਾਰਨ ਕੀਤੇ ਹਨ, ਨਹੀਂ, ਇਹ ਭੱਟਾਂ ਦੇ ਸਵਈਏ ਹਨ। ਇਹ ਪਹਿਲੇ ਸਤਿਗੁਰੂ ਜੀ ਦੇ ਸੰਬੰਧੀ ਹਨ। ਸੋ ਸਵਈਏ ਮਹੱਲੇ ਪਹਿਲੇ ਕੇ ਜੋ ਏਕਾ ਹੈ, ਉਸ ਤੋਂ ਬਾਅਦ ਇਸ ਤੇ ਏਕੇ ਦਾ ਪਾਠ ਹੈ ਪਹਿਲੇ ਕੇ। ਸਵਈਏ ਮਹੱਲੇ ਦੂਜੇ ਕੇ ਤੋਂ ਬਾਅਦ ਦੂਣੀ ਹੈ, ਇਸ ਦੂਣੀ ਦਾ ਭਾਵ ਹੈ ਦੂਜੇ ਕੇ। ਸੋ ਦੂਣੀ ਨੂੰ ਦੂਜੇ ਕੇ ਤੇ ਜੋ ਏਕਾ ਅੰਕ ਹੈ ਉਸ ਨੂੰ ਪਹਿਲੇ ਕੇ, ਜੋ 3 ਅੰਕ ਹੈ ਉਸ ਨੂੰ ਤੀਜੇ ਕੇ। ਇਹ ਲਿਖ ਕੇ ਦੱਸਿਆ ਗਿਆ ਹੈ ਨਾਲ ਨਾਲ ਵੀ ਇਹ ਇਸ ਤਰ੍ਹਾਂ ਇਹਨਾਂ ਦਾ ਪਾਠ ਕੀਤਾ ਜਾਣਾ ਹੈ। ਚੌਥੇ ਕੇ 4 ਤੋਂ ਭਾਵ ਹੈ ਚੌਥੇ ਕੇ। ਸਵਈਏ ਮਹੱਲੇ ਪੰਜਵੇਂ ਕੇ ਤੋਂ ਬਾਅਦ ਪਾਂਜਾ ਹੈ, ਉਸ ਪੰਜ ਦਾ ਅਰਥ ਹੈ ਪੰਜਵੇਂ ਕੇ। ਸੋ ਪਾਂਜਾ ਤੇ ਪੰਜਵੇਂ ਕੇ ਨਾਲ ਨਾਲ ਲਿਖ ਕੇ ਦੱਸਿਆ ਗਿਆ, ਜਿਵੇਂ 3 ਅਤੇ ਤੀਜਾ ਲਿਖ ਕੇ ਦੱਸਿਆ ਗਿਆ ਹੈ ਪਾਠ ਕਰਨ ਲਈ। ਸੋ ਇਸ ਤਰ੍ਹਾਂ ਇਹ ਅੰਕ ਜਿਹੜੇ ਹਨ 1 2 3 4 5 ਸਵਈਆਂ ਵਿੱਚ ਉਹ ਇਸ ਤਰ੍ਹਾਂ ਪਾਠ ਵਿੱਚ ਸ਼ਾਮਿਲ ਕੀਤੇ ਜਾ ਸਕਦੇ ਹਨ। ਪਹਿਲੇ ਕੇ, ਏਕ ਦਾ ਮਤਲਬ ਹੈ ਪਹਿਲੇ ਕੇ, ਦੂਣੀ ਦਾ ਮਤਲਬ ਹੈ ਦੂਜੇ ਕੇ, ਤੀਏ ਦਾ ਮਤਲਬ ਹੈ ਤੀਜੇ ਕੇ, 4 ਦਾ ਚੌਥੇ ਕੇ, 5 ਦਾ ਪੰਜਵੇਂ ਕੇ। ਤੋਂ ਪੜ੍ਹਨ ਦਾ ਢੰਗ ਵੀ ਹੈ ਤੇ ਇਹ ਇੱਕ ਸੰਕੇਤ ਵੀ ਹੈ ਕਿ ਪੜ੍ਹਨਾ ਕਿਵੇਂ ਹੈ। ਤਨਾਸ਼ਰੀ ਮਹੱਲਾ ਤੀਜਾ, ਤਨਾਸ਼ਰੀ ਮਹੱਲਾ 3 ਲਿਖ ਕੇ ਤੀਜਾ ਅੱਗੇ ਲਿਖਿਆ ਗਿਆ ਹੈ ਅੰਕ 664 ਉੱਪਰ। ਅੰਕ 3 ਨੂੰ ਤੀਜਾ ਪੜ੍ਹਨਾ ਇਸ ਗੱਲ ਦਾ ਸੰਕੇਤ ਹੈ। ਇੱਥੇ ਹੀ ਨਹੀਂ, ਜਿੱਥੇ ਵੀ ਸਿਰਲੇਖ ਵਿੱਚ ਮਹੱਲਾ ਦੇ ਨਾਲ ਇਹ 3 ਅੰਕ ਹੋਵੇ ਉੱਥੇ ਹਰ ਥਾਂ ਤੇ ਇਸ ਨੂੰ ਤੀਜਾ ਪੜ੍ਹਨਾ। ਇਹ ਸੰਕੇਤ ਮਾਤਰ ਇੱਕ ਸੇਧ ਹੈ। ਹੁਣ ਦੇਖੀਏ ਸ਼ਲੋਕ ਮਰਦਾਨਾ, ਅੱਗੇ ਅੰਕ ਹੈ 1। ਸ਼ਲੋਕ ਮਰਦਾਨਾ ਅੱਗੇ ਅੰਕ ਹੈ 1। ਇਸ ਸਿਰਲੇਖ ਤੋਂ ਬਹੁਤ ਸਾਰੇ ਵਿਦਵਾਨਾਂ ਨੇ ਮਰਦਾਨੇ ਦਾ ਨਾਂ ਵੀ ਬਾਣੀਕਾਰਾਂ ਵਿੱਚ ਸ਼ਾਮਿਲ ਕੀਤਾ ਹੋਇਆ। ਉਂਝ 35 ਮਹਾਂਪੁਰਸ਼ਾਂ ਦੀ ਬਾਣੀ ਹੈ, ਤੇ ਜਿਨ੍ਹਾਂ ਨੇ ਇਸ ਸਿਰਲੇਖ ਤੋਂ ਮਰਦਾਨਾ ਨਾਂ ਲੈ ਕੇ ਮਰਦਾਨੇ ਦੇ ਸ਼ਲੋਕ ਸਮਝ ਕੇ ਇਹ ਬਾਣੀਕਾਰ ਬਣਾਇਆ ਹੈ। ਉਹਨਾਂ ਨੇ 36 ਲਿਖੇ ਹਨ, ਪਰ ਇਹ ਗੱਲ ਜੱਜਦੀ ਨਹੀਂ, ਕਿਉਂਕਿ ਬਾਣੀ ਦੇ ਜੋ ਸ਼ਲੋਕ ਹਨ ਇਹਨਾਂ ਵਿੱਚ ਮਰਦਾਨੇ ਦਾ ਨਾਂ ਨਹੀਂ ਹੈ। ਲਿਖਾਰੀ ਦਾ ਨਾਂ ਜਿਹੜਾ ਹੈ ਉਹ ਨਾਨਕ ਹੈ। ਲਿਖਾਰੀ ਦਾ ਨਾਂ ਨਾਨਕ ਹੈ। ਮਰਦਾਨਾ ਜੋ ਉੱਪਰ ਸਿਰਲੇਖ ਵਿੱਚ ਹੈ ਇਹ ਮਰਦਾਨੇ ਪ੍ਰਤੀ ਉਚਾਰੇ ਗਏ ਸ਼ਲੋਕ ਹਨ, ਪਰ ਮਰਦਾਨੇ ਦੇ ਆਪਣੇ ਲਿਖੇ ਹੋਏ ਨਹੀਂ, ਕਿਉਂਕਿ
ਸ਼ਲੋਕਾਂ ਦੇ ਵਿੱਚ ਲਿਖਾਰੀ ਦਾ ਨਾਂ ਹੋਣਾ ਚਾਹੀਦਾ ਹੈ, ਜਿਹੜਾ ਕਿ ਨਾਨਕ ਲਿਖਿਆ ਹੋਇਆ। ਤੇ ਇਸ ਕਰਕੇ ਬਾਣੀਕਾਰ 35 ਹਨ, ਮਰਦਾਨੇ ਦੀ ਇਹ ਰਚਨਾ ਨਹੀਂ ਹੈ। ਸੋ ਠੀਕ ਹੈ, ਭਾਈ ਮਰਦਾਨਾ ਮਹਾਨ ਸਨ, ਸਤਿਗੁਰੂ ਜੀ ਨੇ ਉਹਨਾਂ ਨੂੰ ਸਦਾ ਵਾਸਤੇ ਅਮਰ ਕੀਤਾ। ਇੱਥੇ ਉਹਨਾਂ ਦਾ ਨਾਂ ਲਿਖ ਕੇ ਸਿਰਲੇਖ ਦੇ ਵਿੱਚ, ਜਿਸ ਤਰ੍ਹਾਂ ਭਾਈ ਲਾਲੋ ਨੂੰ ਉਹਨਾਂ ਨੇ ਅਮਰ ਕਰ ਦਿੱਤਾ ਹੈ। ਸੋ ਇਹ ਗਰੀਬ ਘਰਾਣੇ ਨਾਲ ਸੰਬੰਧ ਰੱਖਦੇ ਸਨ, ਗਰੀਬਾਂ ਨੂੰ ਵਡਿਆਈ ਬਖਸ਼ੀ ਹੈ ਕਹਿ ਸਕਦੇ ਹਾਂ। ਪਰ ਰਚਨਾ ਨਾ ਭਾਈ ਲਾਲੋ ਦੀ ਰਚਨਾ ਹੈ, ਨਾ ਭਾਈ ਮਰਦਾਨੇ ਜੀ ਦੀ ਰਚਨਾ ਹੈ। ਰਚਨਾ ਸਤਿਗੁਰੂ ਨਾਨਕ ਪਾਤਸ਼ਾਹ ਜੀ ਦੀ ਹੈ। ਸੋ ਖੈਰ, ਇਸ ਸ਼ਲੋਕ ਨੂੰ ਹੁਣ, ਇਸ ਸਿਰਲੇਖ ਨੂੰ ਪੜ੍ਹਨਾ ਕਿਵੇਂ ਹੈ, ਆਪਾਂ ਇਸ ਬਾਰੇ ਵਿਚਾਰ ਕਰਨੀ ਹੈ। ਸ਼ਲੋਕ ਮਰਦਾਨਾ ਅੰਕ ਹੈ 1। ਹੁਣ ਜੋ 1 ਹੈ, ਜਿਹੜਾ ਇਹ ਸਿਰਲੇਖ ਵਿੱਚ ਲਿਖਿਆ ਗਿਆ ਹੈ, ਇਸ ਨੂੰ 1 ਤਾਂ ਬੋਲਿਆ ਹੀ ਨਹੀਂ ਜਾ ਸਕਦਾ, ਕਿਉਂਕਿ ਇਹ ਆਪਾਂ ਸੰਕੇਤ ਲੈ ਚੁੱਕੇ ਹਾਂ ਵੀ ਜੇ 3 ਲਿਖਿਆ ਹੋਇਆ ਮਹੱਲਾ ਸ਼ਬਦ ਦੇ ਨਾਲ ਜਾਂ ਸਿਰਲੇਖ ਦੇ ਵਿੱਚ, ਉੱਥੇ ਇਸ ਦਾ ਪਾਠ ਤੀਜਾ ਹੈ, 1 ਦਾ ਪਾਠ ਪਹਿਲਾ ਹੈ। ਸੋ ਇੱਥੇ ਆਪਾਂ 1 ਦਾ ਪਾਠ ਤਾਂ ਪਹਿਲਾ ਹੀ ਕਰਾਂਗੇ, ਕਿਉਂਕਿ 1 ਨਹੀਂ ਹੈ। ਹੁਣ ਜੇ ਆਪਾਂ ਇਸ ਦਾ ਪਾਠ ਕਰਦੇ ਹਾਂ ਸ਼ਲੋਕ ਮਰਦਾਨਾ ਪਹਿਲਾ, ਤਾਂ ਇਸ ਦਾ ਮਤਲਬ ਇਹ ਹੈ ਕਿ ਇਹ ਪਹਿਲੇ ਮਰਦਾਨੇ ਦਾ ਸ਼ਲੋਕ ਹੈ। ਇਸ ਦਾ ਭਾਵ ਹੋਏਗਾ ਕਿ ਮਰਦਾਨਾ ਪਹਿਲਾ ਵੀ ਹੈ, ਫਿਰ ਮਰਦਾਨਾ ਦੂਜਾ ਵੀ ਹੋਏਗਾ। ਬਹੁਤ ਸਾਰੇ ਮਰਦਾਨੇ ਹਨ ਜਿਨ੍ਹਾਂ ਵਿੱਚੋਂ ਇਹ ਪਹਿਲੇ ਮਰਦਾਨੇ ਦਾ ਸ਼ਲੋਕ ਬਣ ਜਾਂਦਾ ਹੈ, ਜਦੋਂ ਕਿ ਸ਼ਲੋਕ ਦੇ ਵਿੱਚ ਭਾਈ ਮਰਦਾਨੇ ਦਾ ਨਾਂ ਵੀ ਨਹੀਂ ਹੈ, ਨਾਨਕ ਨਾਮ ਦੀ ਮੋਹਰ ਹੀ ਹੈ। ਸੋ ਇੱਥੇ ਪੜ੍ਹਨਾ ਬਣਦਾ ਹੈ ਜੋ ਸਿੱਖ ਵਿਦਵਾਨਾਂ ਪ੍ਰੋਫੈਸਰ ਸਾਹਿਬ ਸਿੰਘ ਜੇ ਵਿਦਵਾਨਾਂ ਨੇ ਖੋਜ ਕਰਕੇ ਰਾਏ ਦਿੱਤੀ ਹੈ। ਸ਼ਲੋਕ ਮਰਦਾਨਾ ਮਹੱਲਾ ਪਹਿਲਾ, ਇਹ ਜੋ 1 ਅੰਕ ਹੈ, ਇਹਦਾ ਉਚਾਰਨ ਤਾਂ ਹੈ ਪਹਿਲਾ, ਪਰ ਇਹ ਪਹਿਲਾ ਕਿਸ ਸੰਬੰਧੀ ਹੈ? ਇਹ ਪਹਿਲਾ ਗੁਰੂ ਨਾਨਕ ਦੇਵ ਜੀ ਸੰਬੰਧੀ, ਗੁਰੂ ਨਾਨਕ ਸਾਹਿਬ ਪਾਤਸ਼ਾਹ ਸੰਬੰਧੀ ਹੈ। ਸ਼ਲੋਕ ਮਰਦਾਨਾ ਮਹੱਲਾ ਪਹਿਲਾ, ਇਸ ਦਾ ਸੰਕੇਤ ਦੇ ਵਿੱਚੋਂ ਇਹ ਇਸ ਦਾ ਉਚਾਰਨ ਨਿਕਲਦਾ ਹੈ ਕਿ ਇਹ ਸ਼ਲੋਕ ਮਹੱਲਾ ਪਹਿਲਾ ਹੈ ਤੇ ਮਰਦਾਨੇ ਪ੍ਰਤੀ ਹੈ। ਸੋ 1 ਅੰਕ ਦਾ ਮਤਲਬ ਇੱਥੇ ਮਹੱਲਾ ਪਹਿਲਾ ਉਚਾਰਨ ਕਰਨਾ ਠੀਕ ਬਣਦਾ ਹੈ। ਜਿਸ ਤਰ੍ਹਾਂ ਪੌੜੀ ਨਾਲ 5 ਲਿਖਿਆ ਹੋਇਆ, ਪੌੜੀ ਨੂੰ 5ਵੀਂ ਨਹੀਂ ਕਹਿ ਸਕਦੇ, ਪੌੜੀ ਨੂੰ 5ਵਾਂ ਨਹੀਂ ਕਹਿ ਸਕਦੇ, ਪੌੜੀ ਮਹੱਲਾ 5ਵਾਂ ਕਿਹਾ ਜਾ ਸਕਦਾ। ਮਹੱਲਾ ਸ਼ਬਦ ਜੋੜਨਾ ਪਏਗਾ ਨਾਲ, ਕਿਉਂਕਿ ਸੰਕੇਤ ਨੂੰ ਵਿਸਥਾਰ ਵਿੱਚ ਕਰਨ ਵਾਸਤੇ ਮਹੱਲਾ ਸ਼ਬਦ ਜੋੜਨਾ ਪੈਂਦਾ। ਸੰਕੇਤ ਸ਼ਾਰਟ ਹੁੰਦਾ ਹੈ, ਉਸ ਨੂੰ ਵਿਸਥਾਰ ਵਿੱਚ ਕਰਨ ਲਈ ਫਿਰ ਇਹ ਸ਼ਬਦ ਵਰਤਣੇ ਜ਼ਰੂਰੀ ਹਨ। ਪੌੜੀ ਮਹੱਲਾ 5ਵਾਂ। ਦੇਵਗੰਧਾਰੀ ਜੀ ਦੇ ਨਾਲ ਜੋ ਪਾਂਜਾ ਹੈ, ਉਹ ਦੇਵਗੰਧਾਰੀ 5ਵਾਂ ਨਹੀਂ, ਦੇਵਗੰਧਾਰੀ ਮਹੱਲਾ 5ਵਾਂ ਹੀ ਹੈ। ਇਸ ਤਰ੍ਹਾਂ ਹੀ ਜੋ 1 ਅੰਕ ਹੈ, ਇਹ ਸ਼ਲੋਕ ਮਰਦਾਨਾ 1 ਤੋਂ ਭਾਵ ਹੈ ਮਹੱਲਾ ਪਹਿਲਾ। ਸੋ ਇਸ ਤਰ੍ਹਾਂ ਜੋ ਇਹ ਸਿਰਲੇਖ ਹਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ, ਇਹ ਬੜੇ ਕੀਮਤੀ ਹਨ। ਇਹਨਾਂ ਨੂੰ ਸਮਝ ਕੇ ਵਿਚਾਰ ਕੇ ਪਾਠ ਵਿੱਚ ਠੀਕ ਢੰਗ ਨਾਲ ਸ਼ਾਮਲ ਕਰਨ ਦੀ ਜ਼ਰੂਰਤ ਹੈ। ਅੱਗੇ ਨੰਬਰ 8 ਤੇ ਵਿਚਾਰ ਕਰਦੇ ਹਾਂ। ਯਈ ਅੱਖਰ ਦਾ ਪਾਠ ਕਿਵੇਂ ਕਰਨਾ ਹੈ ਜੇ ਸ਼ੁਰੂ ਵਿੱਚ ਹੋਵੇ, ਕਿਸੇ ਸ਼ਬਦ ਦੇ ਸ਼ੁਰੂ ਵਿੱਚ ਯਈ ਅੱਖਰ ਹੋਵੇ। ਜਦੋਂ ਯਈ ਅੱਖਰ ਕਿਸੇ ਸ਼ਬਦ ਰਚਨਾ ਦੇ ਆਰੰਭ ਵਿੱਚ ਹੁੰਦਾ ਹੈ, ਭਾਵ ਕੋਈ ਸ਼ਬਦ ਯਈ ਅੱਖਰ ਨਾਲ ਸ਼ੁਰੂ ਹੁੰਦਾ ਹੈ, ਤਾਂ ਉੱਥੇ ਯਈ ਅੱਖਰ ਦੀ ਆਪਣੀ ਧੁਨੀ ਹੁੰਦੀ ਹੈ, ਆਪਣੀ ਕੌਨਸੋਨੈਂਟ ਸਾਊਂਡ ਹੁੰਦੀ ਹੈ। ਜਿਵੇਂ ਸ਼ਬਦ ਹੈ ਯਾਰ, ਯਾਰ ਸ਼ਬਦ ਨੂੰ ਆਰ ਨਹੀਂ ਕਹਿ ਸਕਦੇ, ਭਾਵੇਂ ਯਈ ਅੱਖਰ ਦੀ ਸਵਰੀ ਧੁਨੀ ਵੀ ਹੁੰਦੀ ਹੈ, ਵੋਵਲ ਸਾਊਂਡ ਵੀ ਹੁੰਦੀ ਹੈ। ਯਈ ਅੱਖਰ ਵਿੱਚ ਊੜਾ, ਐੜਾ, ਈੜੀ ਤਿੰਨੇ ਸ਼ਾਮਲ ਹਨ, ਪਰ ਕਿਉਂਕਿ ਇਹ ਸ਼ੁਰੂ ਵਿੱਚ ਲੱਗਾ ਹੋਇਆ, ਇਸ ਕਰਕੇ ਇਹਦੀ ਆਪਣੀ ਕੌਨਸੋਨੈਂਟ ਸਾਊਂਡ ਹੈ। ਜਿਸ ਤਰ੍ਹਾਂ ਸੋਹਣੀ ਯਾਰ ਹਮਾਰੇ ਸੱਜਣ ਇੱਕ ਕਰੋਂ ਬੇਨੰਤੀਆ, ਅੰਕ 703, 13ਵੀਂ ਪੰਕਤੀ। ਤੇ ਇੱਥੇ ਯਾਰ ਬੋਲਾਂਗੇ ਕਿਉਂਕਿ ਯਈਆ ਸ਼ੁਰੂ ਵਿੱਚ ਹੈ। ਯੱਗ ਬੋਲਾਂਗੇ, ਯਈਆ ਸ਼ੁਰੂ ਵਿੱਚ ਹੋਵੇ।
ਯਤਨ ਬੋਲਾਂਗੇ ਜਾਂ ਸ਼ੁਰੂ ਵਿੱਚ ਹੋਵੇ ਤਾਂ ਇਹਦਾ ਪਾਠ ਜਿਹੜਾ ਹੈ ਕੰਸੋਨੈਂਟ ਸਾਊਂਡ ਨਾਲ ਹੈ। ਨੰਬਰ 9, ਯਈਆ ਅੱਖਰ ਜੇ ਵਿਚਕਾਰ, ਭਾਵ ਯਈਆ ਅੱਖਰ ਦੇ ਆਸੇ-ਪਾਸੇ ਹੋਰ ਅੱਖਰ ਹੋਣ ਤੇ ਇਹ ਵਿਚਕਾਰ ਹੋਵੇ ਤਾਂ ਇਸ ਦੀ ਕਿਹੜੀ ਧੁਨੀ ਹੁੰਦੀ ਹੈ? ਜਦੋਂ ਯਈਆ ਅੱਖਰ ਕਿਸੇ ਸ਼ਬਦ ਵਿੱਚ ਅੱਖਰਾਂ ਦੇ ਵਿਚਕਾਰ ਲਿਖਿਆ ਜਾਵੇ ਤਾਂ ਇਸ ਦੀ ਧੁਨੀ ਕਾਂਸੋਨੈਂਟ ਵਾਲੀ ਨਹੀਂ ਹੁੰਦੀ, ਇਸ ਦੀ ਧੁਨੀ ਵੋਵਲ ਸਾਊਂਡ ਵਾਲੀ ਹੁੰਦੀ ਹੈ, ਸਵਰੀ ਧੁਨੀ ਹੁੰਦੀ ਹੈ। ਜਿਵੇਂ ਰਾਰਾ ਯਈਆ ਤੱਤੇ ਨੂੰ ਸਿਹਾਰੀ ਇਹ ਸ਼ਬਦ ਹੈ, ਇਸ ਨੂੰ ਯਾਰ ਪੜ੍ਹਨ ਵਾਂਗ ਰਜਤ ਕਰਕੇ ਨਹੀਂ ਪੜ੍ਹਿਆ ਜਾ ਸਕਦਾ। ਜਿੱਜਾ ਵਿਚਕਾਰ ਆ ਗਿਆ, ਇੱਥੇ ਦੀ ਵੋਵਲ ਸਾਊਂਡ ਹੋਏਗੀ ਰਈਅਤੀ, ਰਈਅਤੀ। ਇਹ ਪਾਠ ਕਿੱਥੋਂ ਬਣਿਆ? ਇਹ ਜੋ ਪਾਠ ਹੈ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਹੀ ਇਹ ਸ਼ਬਦ ਜਿਹੜਾ ਹੈ ਇਸ ਨੂੰ ਬੋਲਣ ਦਾ ਢੰਗ ਲਿਖਿਆ ਹੋਇਆ। ਅੰਕ 793 ਉੱਪਰ ਇੱਕ ਪਾਵਨ ਪੰਕਤੀ ਹੈ, 9 ਡਾਡੀ 10 ਮੁਨਸਫ ਧਾਵਹੀਂ ਰਈਅਤੀ ਬਸਨਨਾ ਦੇਹੀ। ਇੱਥੇ ਸਪਸ਼ਟ ਤੌਰ ਤੇ ਰਾਰਾ ਯਈਆ ਤੱਤੇ ਨੂੰ ਸ਼ੇਰ ਨੂੰ ਵਿਸਥਾਰ ਕਰਕੇ ਲਿਖਿਆ ਹੈ, ਰਾਰਾ ਈੜ ਨੂੰ ਵਿਹਾਰੀ ਐੜਾ ਤੱਤੇ ਨੂੰ ਸਿਹਾਰੀ। ਤਾਂ ਸਪਸ਼ਟ ਹੈ ਕਿ ਯਈਆ ਅੱਖਰ ਜਿਹੜਾ ਹੈ ਸਵਰ ਵਿੱਚ ਬਦਲ ਗਿਆ, ਇਹਦੇ ਥਾਂ ਤੇ ਈੜ ਨੂੰ ਵਿਹਾਰੀ ਤੇ ਐੜਾ ਬਣ ਗਿਆ। ਜਿਵੇਂ ਸੱਸਾ ਕੱਕਾ ਯਈਆ ਥੱਥਾ ਇਹ ਸ਼ਬਦ ਆਉਂਦਾ ਹੈ ਭੱਟਾਂ ਦੇ ਸਵਈਆਂ ਵਿੱਚ। ਇਸ ਦਾ ਪਾਠ ਹੈ ਸਕਈਅਥ, ਸਕਈਅਥ। ਸੱਸਾ ਕੱਕਾ ਈੜ ਨੂੰ ਸਿਹਾਰੀ ਐੜਾ ਤੇ ਥੱਥਾ, ਸਵਰੀ ਧੁਨੀ ਵਾਲਾ ਪਾਠ ਹੋਵੇਗਾ ਸਕਈਅਥ। ਸਕਯਥ ਪਾਠ ਇਸ ਦਾ ਯੋਗ ਨਹੀਂ। ਜਿਸ ਤਰ੍ਹਾਂ 1394 ਅੰਕ ਉੱਪਰ ਪੰਕਤੀ ਹੈ, ਸ਼ਰਵਣ ਤਾਂ ਪਰ ਸਕਈਅਥ ਸ਼ਰਵਣੀ ਗੁਰੂ ਅਮਰੂ ਸੁਣਿਜੈ। ਸ਼ਰਵਣ ਸ਼ਬਦ ਇਸ ਕਰਕੇ ਸ਼ਾਦ ਨਾ ਬੋਲਿਆ ਕਿਉਂਕਿ ਸ਼ਰਵਣ ਦਾ ਅਰਥ ਕੰਨ ਹੁੰਦਾ ਹੈ ਤੇ ਸ਼ਰਵਣ ਦਾ ਅਰਥ ਹੁੰਦਾ ਹੈ ਫੀਮੇਲ ਬ੍ਰੈਸਟ, ਥਾਣ ਜਿਨ੍ਹਾਂ ਵਿੱਚੋਂ ਦੁੱਧ ਨਿਕਲਦਾ ਹੈ। ਤਾਂ ਸ਼ਰਵਣ ਸ਼ਬਦ ਜਿਹੜਾ ਹੈ ਸ਼ਰਵਣ ਸ਼ਬਦ ਨਾਲੋਂ ਬਿਲਕੁਲ ਅਲੱਗ ਹੈ ਅਰਥਾਂ ਵਿੱਚ ਤੇ ਸਾਊਂਡ ਵਿੱਚ। ਇਹ ਧਿਆਨ ਨਾਲ ਸ਼ਬਦ ਪੜ੍ਹਨੇ ਚਾਹੀਦੇ ਹਨ, ਵਿਚਾਰ ਨਾਲ ਪੜ੍ਹਨੇ ਚਾਹੀਦੇ ਹਨ, ਕਿਉਂਕਿ ਇਹਨਾਂ ਦੀ ਆਵਾਜ਼ ਜਿਹੜੀ ਹੈ ਧੁਨੀ ਹੈ ਸ਼ਾ ਤੇ ਸਾ, ਇਸ ਵਿੱਚ ਅਰਥ ਲੁਕੇ ਪਏ ਹਨ। ਪੱਪੇ ਨੂੰ ਕੁੰਨਾ ਯਈਆ ਉੜੇ ਨੌਕੜ ਸ਼ਬਦ ਹੈ, ਯਈਆ ਵਿਚਕਾਰ ਹੈ। ਇਹਦਾ ਪਾਠ ਬਣੇਗਾ ਪਾਇਓ ਈੜ ਨੂੰ ਸਿਹਾਰੀ ਤੇ ਐੜਾ ਯਈਏ ਦੀ ਥਾਂ ਤੇ ਲੱਗ ਜਾਏਗਾ। ਕੋਲ ਸਮੂਹ ਸਮੁਧਰੇ ਪਾਇਓ ਨਾਮ ਨਿਵਾਸ ਅੰਕ 1393। ਪਾਇਓ ਅੰਤ ਵਿੱਚ ਉੜੇ ਨੌਕੜ ਹੈ, ਇਸ ਦੀ ਆਵਾਜ਼ ਉੜੇ ਖੁੱਲ੍ਹੇ ਵਾਲੀ ਨਹੀਂ ਹੁੰਦੀ, ਉੜੇ ਬੰਦ ਵਾਲੀ ਹੁੰਦੀ ਹੈ। ਜਿਸ ਨੂੰ ਔਂਕੜ ਲੱਗਾ ਹੁੰਦਾ ਇਹ ਯੂ ਵੱਲ ਨੂੰ ਜਾਂਦੀ ਹੈ, ਉਹ ਵੱਲ ਨਹੀਂ ਜਾਂਦੀ। ਪਾਇਓ, ਇਸ ਦਾ ਪਾਠ ਪਾਇਓ ਕਰਨਾ ਯੋਗ ਨਹੀਂ। ਨੰਬਰ 10, ਜਦੋਂ ਯਈਆ ਸ਼ਬਦ ਜੋੜ ਦੇ ਅਖੀਰ ਵਿੱਚ ਹੋਵੇ, ਕੋਈ ਸ਼ਬਦ ਜੋੜ ਦੇ ਅਖੀਰ ਵਿੱਚ ਯਈਆ ਲੱਗਾ ਹੋਇਆ, ਇਸ ਦਾ ਪਾਠ ਕਿਵੇਂ ਕਰਨਾ ਹੈ? ਯਈਆ ਮੁਕਤਾ ਵੀ ਹੋ ਸਕਦਾ, ਯਈਏ ਨੂੰ ਕੋਈ ਮਾਤਰਾ ਵੀ ਹੋ ਸਕਦੀ ਹੈ। ਇਸ ਥਾਂ ਤੇ ਵੀ ਯਈਆ ਅੱਖਰ ਦੀ ਕਾਂਸੋਨੈਂਟ ਧੁਨੀ ਨਹੀਂ ਹੁੰਦੀ, ਵੋਵਲ ਸਾਊਂਡ ਹੁੰਦੀ ਹੈ, ਸਵਰੀ ਧੁਨੀ ਹੁੰਦੀ ਹੈ। ਸਵਰ ਦੇ ਤੌਰ ਤੇ ਇਸ ਵਿੱਚ ਊੜਾ ਵੀ ਸ਼ਾਮਿਲ ਹੈ, ਐੜਾ ਵੀ ਸ਼ਾਮਿਲ ਹੈ, ਈੜੀ ਵੀ ਸ਼ਾਮਿਲ ਹੈ, ਤਿੰਨੇ ਅੱਖਰ ਸ਼ਾਮਿਲ ਹੁੰਦੇ ਹਨ ਇਸ ਵਿੱਚ, ਤਾਂ ਹੀ ਨਾਂ ਰੱਖਿਆ ਯਈਆ। ਦੇਖੋ ਅੰਕ 1152 ਦੂਜੀ ਇਹ ਪੰਕਤੀ ਹੈ, ਨਿੰਦਕ ਕਉ ਦਈ ਛੋੜੈ ਨਾਹੀ, ਦੱਦਾ ਈੜ ਨੂੰ ਵਿਹਾਰੀ ਹੈ ਦਈ, ਦਈ ਅਕਾਲ ਪੁਰਖ। ਹੁਣ ਪੰਕਤੀ ਦੇਖੋ 203 ਅੰਕ ਉੱਤੇ 6ਵੀਂ। ਇਸ ਪੰਕਤੀ ਨੂੰ ਪੜ੍ਹੀਏ, ਦੱਦਾ ਯਈਆ ਤੋਂ ਇਹ ਪੰਕਤੀ ਸ਼ੁਰੂ ਹੁੰਦੀ, ਦੱਦਾ ਯਈਆ। ਇਸ ਦਾ ਪਾਠ ਦਜ ਨਹੀਂ, ਦਰਜ ਨਹੀਂ, ਕਿਉਂਕਿ ਯਈਆ ਸ਼ੁਰੂ ਵਿੱਚ ਨਹੀਂ ਹੈ। ਸ਼ੁਰੂ ਵਿੱਚ ਹੋਵੇ ਤਾਂ ਇਸ ਦਾ ਪਾਠ ਕਾਂਸੋਨੈਂਟ ਵਾਲਾ ਹੁੰਦਾ, ਇੱਥੇ ਨਹੀਂ ਹੋਏਗਾ।
ਇੱਥੇ ਸਵਰੀ ਧੁਨੀ ਹੈ। ਇਸ ਦਾ ਪਾਠ ਹੈ ਉਹੀ ਜੋ ਆਪਾਂ ਪਹਿਲੀ ਪੰਕਤੀ ਵਿੱਚ ਕੀਤਾ ਹੈ, ਦਈ ਦਈ ਗੁਸਾਈ ਮੀਤੁਲਾ ਤੂੰ ਸੰਗੇ ਹਮਾਰਾ ਬਾਸ ਜੀਉ। ਸੋ ਦੱਦਾ ਜੀਆ ਦਾ ਪਾਠ ਹੋਏਗਾ ਦਈ, ਕਿਉਂਕਿ ਇਹ ਸਾਨੂੰ ਲਿਖਿਆ ਹੋਇਆ ਮਿਲਦਾ ਹੈ। ਵਿਦਵਾਨਾਂ ਨੇ ਖੋਜ ਕਰਕੇ ਇਹ ਜੋ ਸ਼ਬਦ ਹਨ ਜਈਏ ਵਾਲੇ, ਇਹਨਾਂ ਦੇ ਉਚਾਰਨ ਵਿੱਚੋਂ ਹੀ ਲੱਭੇ ਹਨ ਗੁਰਬਾਣੀ ਦੇ। ਜਿਹਦਾ ਪਾਠ ਹੈ ਦਈ। ਪੱਪਾ ਤੇ ਜਈਆ, ਇਸ ਦਾ ਪਾਠ ਹੈ ਪੱਬਾ ਈ ਨੂੰ ਸਿਹਾਰੀ ਕਰਕੇ ਪਏ। ਜਿਸ ਤਰ੍ਹਾਂ ਪਏ ਭੰਜਨ ਨੂੰ ਪਰ ਦੁੱਖ ਨਿਵਾਰ ਅਪਾਰ ਅਨੰਭਉ, ਅੰਕ 1407। ਸੋ ਪੱਬਾ ਜੀ ਦਾ ਪਾਠ ਹੈ ਪੱਬਾ ਈ ਨੂੰ ਸਿਹਾਰੀ ਪਏ। ਇਹ ਸਾਨੂੰ 157 ਅੰਕ ਤੋਂ ਲਿਖੀ ਪੰਕਤੀ ਵਿੱਚੋਂ ਮਿਲਦਾ ਹੈ। 17ਵੀਂ ਪੰਕਤੀ ਹੈ, ਸਤਿਗੁਰ ਕੈ ਭੈ ਭ੍ਰਮ ਭਉ ਜਾਇ। ਸਤਿਗੁਰ ਕੈ ਭੈ, ਪੱਬਾ ਈ ਨੂੰ ਸਿਹਾਰੀ ਹੈ। ਸੋ ਜਿਸ ਤਰ੍ਹਾਂ ਪੱਬਾ ਜਈਆ ਦਾ ਉਚਾਰਨ ਪੱਬਾ ਈ ਨੂੰ ਸਿਹਾਰੀ ਹੈ, ਮੈਂ ਚਿੱਚੇ ਨੂੰ ਕੰਨਾ ਜਈਆ, ਇਹਦਾ ਪਾਠ ਬਣੇਗਾ ਚਿੱਚੇ ਨੂੰ ਕੰਨਾ ਈ ਨੂੰ ਸਿਹਾਰੀ। ਜੱਜਾ ਜਈਆ ਹੈ, ਇਹਦਾ ਪਾਠ ਬਣੇਗਾ ਜੱਜਾ ਈ ਨੂੰ ਸਿਹਾਰੀ। ਪੱਪਾ ਜਈਆ ਹੈ, ਇਸ ਦਾ ਪਾਠ ਪੱਪਾ ਈ ਨੂੰ ਸਿਹਾਰੀ। ਮੰਮਾ ਜਈਆ ਹੈ, ਇਸ ਦਾ ਪਾਠ ਮੰਮਾ ਈ ਨੂੰ ਸਿਹਾਰੀ। ਦੱਦੇ ਨੂੰ ਔਂਕੜ ਜਈਏ ਨੂੰ ਕੰਨਾ ਹੈ, ਇਹਦਾ ਪਾਠ ਬਣੇਗਾ ਦੂਜਾ। ਜਿਹਨੂੰ ਕੰਨਾ ਹੈ ਜਈਏ ਨੂੰ ਦੂਜਾ ਨਹੀਂ ਹੋਏਗਾ, ਦੂਜਾ। 773 ਅੰਕ ਤੇ ਇਹ ਪੰਕਤੀ ਹੈ, ਇੱਕ ਦੂਜਾ ਕਾਗਲ ਚਿੱਤ ਨਾ ਜਾਣਦਾ, ਅੰਕ 73। ਦੂਜਾ ਕਾਗਲ ਚਿੱਤ ਨਾ ਜਾਣਦਾ, ਇੱਥੇ ਜਈਏ ਨੂੰ ਕੰਨਾ ਸੀ, ਇਹਦਾ ਪਾਠ ਦੂਜਾ ਹੈ। ਹੁਣ ਦੂਜਾ ਪਾਠ ਗੁਰੂ ਗ੍ਰੰਥ ਸਾਹਿਬ ਵਿੱਚ ਮਿਲਦਾ ਹੈ, ਅੰਕ 836 ਉੱਪਰ ਇੱਕ ਪਾਵਨ ਪੰਕਤੀ ਹੈ, ਜਿਨ ਕੋ ਪਿਆਸ ਹੋਈ ਪ੍ਰਭ ਕੇਰੀ ਤਿਨ ਅਬਰ ਨ ਭਾਵੈ ਬਿਨੁ ਹਰੀ ਕੋ ਦੂਜਾ। ਸੋ ਦੂਜਾ ਪਾਠ ਇੱਥੇ ਇਹ ਵਿਸਥਾਰ ਹੈ ਦੱਦੇ ਨੂੰ ਔਂਕੜ ਜਈਏ ਨੂੰ ਕੰਨਿਆ ਦਾ। ਇਸੇ ਤਰ੍ਹਾਂ ਦੱਦਾ ਜਈਏ ਨੂੰ ਸਿਹਾਰੀ ਹੋਵੇ ਤਾਂ ਪਾਠ ਬਣਦਾ ਦੱਦਾ ਈੜ ਨੂੰ ਵਿਹਾਰੀ ਤੇ ਈੜ ਨੂੰ ਸਿਹਾਰੀ ਦਈ। ਦੱਦੇ ਨੂੰ ਔਂਕੜ ਜਈਏ ਨੂੰ ਵਿਹਾਰੀ ਹੋਵੇ, ਇਹਦਾ ਪਾਠ ਦੂਈ। ਦੋਵੇਂ ਵਿਹਾਰੀਆਂ ਈੜ ਨੂੰ ਲੱਗਣਗੀਆਂ, ਦੱਦੇ ਨੂੰ ਔਂਕੜ ਈੜ ਨੂੰ ਵਿਹਾਰੀ ਈੜ ਨੂੰ ਵਿਹਾਰੀ। ਜੇ ਜਈਆ ਅੱਖਰ ਨਾਲ ਸਿਹਾਰੀ ਹੈ ਤਾਂ ਪਹਿਲੀ ਈੜ ਨੂੰ ਵਿਹਾਰੀ, ਦੂਜੀ ਈੜ ਨੂੰ ਸਿਹਾਰੀ। ਨੰਬਰ 11, ਜਦੋਂ ਜਈਆ ਕਿਸੇ ਅੱਖਰ ਦੇ ਪੈਰ ਵਿੱਚ ਲੱਗਾ ਹੋਇਆ ਵੇ ਚਿੰਨ੍ਹ ਵਜੋਂ, ਉਦੋਂ ਇਹ ਅੱਧਾ ਜਈਆ ਹੁੰਦਾ ਹੈ। ਉਸ ਦਾ ਪਾਠ ਵੀ ਕਾਂਸੋਨੈਂਟ ਨਹੀਂ ਹੁੰਦਾ, ਉਦੋਂ ਵੀ ਇਸ ਦਾ ਪਾਠ ਬਾਵਲ ਸਾਊਂਡ ਨਾਲ ਹੁੰਦਾ ਹੈ। ਪੈਰੀ ਲੱਗੇ ਜਈਏ ਨੂੰ ਵਿਦਵਾਨਾਂ ਨੇ ਯਕਸ਼ ਚਿੰਨ੍ਹ ਵੀ ਕਿਹਾ ਹੈ, ਯਕਸ਼ ਚਿੰਨ੍ਹ। ਜਿਸ ਤਰ੍ਹਾਂ 262 ਅੰਕ ਉੱਪਰ ਇੱਕ ਪਾਵਨ ਪੰਕਤੀ ਹੈ, ਵੇਦ ਪੁਰਾਨ ਸਿਮ੍ਰਿਤੀ ਸ਼ੁਦਾਖਿਰ, ਖੱਖੇ ਦੇ ਪੈਰ ਅੱਧਾ ਜਈਆ ਪਾਇਆ ਹੋਇਆ, ਤੇ ਇਸ ਨੂੰ ਸ਼ਾਮਲ ਕਰ ਤੋਂ ਬਿਨਾਂ ਹੀ ਪਾਠ ਜੋ ਕਰਨਾ ਹੈ ਇਹ ਅਵੱਗਿਆ ਹੈ, ਇਹ ਸ਼ਬਦ ਜੋੜਾਂ ਦੀ ਅਵੱਗਿਆ ਹੈ ਤੇ ਬਾਣੀਕਾਰਾਂ ਨਾਲ ਵੀ ਇਨਸਾਫ ਨਹੀਂ, ਕਿਉਂਕਿ ਉਹਨਾਂ ਦੀ ਜੋ ਰਚਨਾ ਹੈ ਕੀਮਤੀ ਅਮੋਲਕ ਪੁਰਾਤਨ ਵਿਰਸਾ, ਇਸ ਨੂੰ ਅਧੂਰਾ ਕਰਕੇ ਪੜ੍ਹਨ ਵਾਲੀ ਗੱਲ ਹੈ। ਵੇਦ ਪੁਰਾਨ ਸਿਮ੍ਰਿਤੀ ਸ਼ੁਦਾਖਿਰ। ਸੋ ਖੱਕੇ ਦੇ ਪੈਰ ਜਈਆ ਹੈ, ਇਸ ਨੂੰ ਸ਼ਾਮਲ ਕਰਨ ਲਈ ਖੱਕੇ ਨੂੰ ਸਿਹਾਰੀ ਬਣ ਜਾਏਗੀ ਤੇ ਅੱਗੇ ਐੜਾ ਬਣ ਜਾਏਗਾ ਤੇ ਅਖੀਰ ਵਿੱਚ ਰਾਰਾ ਹੈ। ਇਸੇ ਤਰ੍ਹਾਂ ਕੀਨੇ ਰਾਮ ਨਾਮ ਇੱਕ ਆਖਿਰ, ਖੱਕੇ ਨੂੰ ਸਿਹਾਰੀ ਬਣ ਜਾਏਗੀ ਤੇ ਰਾਰਾ। 287 ਅੰਕ ਉੱਪਰ 7ਵੀਂ ਪੰਕਤੀ ਹੈ, ਪੂਰਾ ਗੁਰ ਅਖਈਓ ਜਾ ਕਾ ਮੰਤਰ। ਇੱਥੇ ਖੱਕੇ ਦੇ ਪੈਰ 'ਚ ਜਦ ਜਈਆ ਹੈ ਅੱਧਾ, ਇਸ ਦਾ ਪਾਠ ਅਖਿਓ ਨਹੀਂ। ਬਹੁਤ ਸਾਰੇ ਪਾਠਕ ਜ਼ਿੱਦ ਕਰਦੇ ਹਨ, ਕਿਉਂਕਿ ਉਹਨਾਂ ਨੇ ਇਸ ਤਰ੍ਹਾਂ ਸੁਣ ਸੁਣਾ ਕੇ ਪਾਠ ਚੇਤੇ ਕੀਤਾ ਹੁੰਦਾ ਵੀ ਅਸੀਂ ਤਾਂ
ਇਹ 40 ਸਾਲ ਤੋਂ ਪੜ੍ਹਦੇ ਆ ਰਹੇ ਹਾਂ, ਸਾਨੂੰ ਕਿਸੇ ਨੇ ਕਿਹਾ ਹੀ ਨਹੀਂ ਵੀ ਇਹ ਪਾਠ ਗਲਤ ਹੈ। ਜਦੋਂ ਤੱਕ ਕਿਸੇ ਉਸਤਾਦ ਕੋਲੋਂ ਸਿੱਖਿਆ ਨਾ ਜਾਏ ਤੇ ਜੋ ਬੰਦਾ ਆਪਣੇ ਆਪ ਕਰਦਾ ਹੈ ਉਸ ਨੂੰ ਠੀਕ ਹੀ ਮੰਨਦਾ ਹੈ। ਪਰ ਜੋ ਵਿਆਕਰਨ ਹੈ ਇਹਦਾ ਆਪਣਾ ਸਥਾਨ ਹੈ, ਸ਼ਬਦ ਜੋੜਾਂ ਦਾ ਆਪਣਾ ਸਥਾਨ ਹੈ, ਆਪਣਾ ਢੰਗ ਹੈ ਬੋਲਣ ਦਾ। ਇਹ ਆਪਣੀ ਮਰਜ਼ੀ ਨਾਲ, ਧੱਕੇ ਨਾਲ ਨਹੀਂ ਬਣਾਇਆ ਜਾ ਸਕਦਾ। ਸੋ ਇਹ ਸ਼ਬਦ ਦਾ ਉਚਾਰਨ ਜੋ ਹੈ ਪੂਰਾ ਗੁਰੂ ਅਖਾਈਓ, ਐੜਾ ਕੱਖਾ, ਈ ਨੂੰ ਸਿਆਰੀ, ਐੜਾ ਤੇ ਅੱਗੇ ਊੜਾ ਖੁੱਲ੍ਹਾ ਹੈ। ਪੂਰਾ ਗੁਰੂ ਅਖਾਈਓ ਜਾ ਕਾ ਮੰਤਰ। ਜੇ ਵਿਸਥਾਰ ਨਾਲ ਪੈਰੀ ਅੱਧੇ ਜਈਏ ਵਾਲੇ ਸ਼ਬਦਾਂ ਦਾ ਉਚਾਰਨ ਸਿੱਖਣਾ ਹੋਵੇ ਤਾਂ YouTube ਤੇ ਚੈਨਲ ਹੈ 56701000G 567 0100 ਅੰਗਰੇਜ਼ੀ ਦਾ ਅੱਖਰ G। ਇਹ ਚੈਨਲ YouTube ਤੇ ਖੋਲ੍ਹ ਕੇ ਇੱਥੋਂ ਇਹ ਵੀਡੀਓ ਜਿਹੜੀ ਹੈ ਉਹ ਦੇਖੀ ਜਾ ਸਕਦੀ ਹੈ, ਸੁਣੀ ਜਾ ਸਕਦੀ ਹੈ। ਇਸ ਤੋਂ ਪੈਰ ਵਿੱਚ ਲੱਗੇ ਅੱਧੇ ਜੀਏ ਬਾਰੇ ਕਾਫੀ ਜਾਣਕਾਰੀ ਮਿਲ ਸਕਦੀ ਹੈ। ਨੰਬਰ 12, ਪੈਰੀਂ ਲੱਗਾ ਹਲੰਤ ਦਾ ਚਿੰਨ੍ਹ। ਹਲੰਤ, ਜਿਸ ਨੂੰ ਕਈ ਵਿਦਵਾਨ ਉਦਾਤ ਚਿੰਨ੍ਹ ਵੀ ਆਖਦੇ ਹਨ। ਇਹ ਇੱਕ ਤਿਰਛੀ ਜਿਹੀ ਲਕੀਰ ਹੁੰਦੀ ਹੈ, ਪਤਲੀ ਜਿਹੀ, ਜਿਹੜੀ ਕਿਸੇ ਅੱਖਰ ਦੇ ਪੈਰ ਵਿੱਚ ਲੱਗੀ ਹੋਈ ਹੁੰਦੀ ਹੈ। ਇਹ ਚਿੰਨ੍ਹ ਜਿਸ ਅੱਖਰ ਦੇ ਪੈਰੀਂ ਹੁੰਦਾ ਹੈ ਉਸ ਅੱਖਰ ਦੀ ਆਵਾਜ਼ ਵਿੱਚ ਹਾਹੇ ਦੀ ਆਵਾਜ਼ ਜੋੜ ਕੇ ਆਵਾਜ਼ ਨੂੰ ਇਹ ਚਿੰਨ੍ਹ ਭਾਰਾ ਕਰਦਾ ਹੈ। ਬਹੁਤੇ ਥਾਵਾਂ ਦੇ ਸੰਕੇਤ ਮਾਤਰ ਇਹ ਚਿੰਨ੍ਹ ਲੱਗਾ ਮਿਲਦਾ ਹੈ। ਬਾਕੀ ਅਜਿਹੀਆਂ ਥਾਵਾਂ 'ਤੇ ਵੀ ਬੋਲਣ ਦਾ ਯਤਨ ਕਰਨਾ ਬਣਦਾ ਹੈ। ਅੰਕ 347 ਉੱਤੇ 100 ਦਰ ਵਾਲੇ ਸ਼ਬਦ ਵਿੱਚ ਧਿਆਨ ਨਾਲ ਦੇਖੀਏ ਤਾਂ ਇਸ ਉਦਾਤ ਚਿੰਨ੍ਹ ਜਾਂ ਹਲੰਤ ਦੀ 12 ਵਾਰ ਵਰਤੋਂ ਕੀਤੀ ਗਈ ਹੈ। ਅਗਵਾਈ ਤੇ ਸੇਧ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਮਿਲਦੀ ਹੈ। ਅਜਿਹੀਆਂ ਥਾਵਾਂ 'ਤੇ ਜਿੱਥੇ ਇਹ ਚਿੰਨ੍ਹ ਨਹੀਂ ਲੱਗਾ ਹੋਇਆ ਪਰ ਉੱਥੇ ਇਸ ਦੀ ਆਵਾਜ਼ ਸ਼ਾਮਲ ਹੈ, ਉੱਥੇ ਆਵਾਜ਼ ਨੂੰ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਸੰਕੇਤਾਂ ਤੋਂ ਸੇਧ ਮਿਲਦੀ ਹੈ ਅਤੇ ਇਹ ਸੇਧ ਵਰਤਣੀ ਚਾਹੀਦੀ ਹੈ। ਜਿਸ ਤਰ੍ਹਾਂ ਅੰਕ 1249 ਉੱਪਰ 10ਵੀਂ ਪੰਕਤੀ ਹੈ, ਅੰਨੇ ਵਸ਼ ਮਾਣਕ ਪਿਆ ਕਾਰੀ ਕਾਰੀ ਵੇਚਣ ਜਾਏ। ਨੰਨੇ ਦੇ ਉੱਤੇ ਲਾਮ ਹੈ ਅਤੇ ਨੰਨੇ ਦੇ ਪੈਰ ਵਿੱਚ ਇਹ ਚਿੰਨ੍ਹ ਲੱਗਾ ਹੋਇਆ ਹਲੰਤ ਦਾ, ਅੰਨੇ। ਇਸ ਦਾ ਪਾਠ ਅੰਨੇ ਨਹੀਂ, ਇਸ ਦਾ ਪਾਠ ਹੋਏਗਾ ਅੰਨੇ। ਜਸਟ ਲਿਟਲ ਬਿਟ H sound is added to the letter N। ਨੰਨੇ ਦੇ ਪੈਰ ਵਿੱਚ ਥੋੜਾ ਜਿਹਾ ਹਾ ਮਿਕਸ ਕਰਨਾ ਹੈ। ਅੰਨੇ, ਅੰਨੇ ਨਹੀਂ, ਅੰਨੇ। ਸੋ ਇੱਥੇ ਨੰਨੇ ਦੇ ਪੈਰ 'ਚ ਹਲੰਤ ਸਪਸ਼ਟ ਤੌਰ 'ਤੇ ਲੱਗਾ ਹੋਇਆ। ਹੁਣ ਜਿੱਥੇ ਇਹ ਸ਼ਬਦ ਹੋਰ ਥਾਵਾਂ 'ਤੇ ਅੰਨਾ ਆਉਂਦਾ ਹੈ ਉੱਥੇ ਵੀ ਇਹ ਨੰਨਾ ਜੋ ਹੈ ਅੰਨੇ ਸ਼ਬਦ ਵਾਲਾ, ਹਲੰਤ ਵਾਲਾ, ਇਹ ਹੋਰ ਥਾਵਾਂ 'ਤੇ ਵੀ ਇਸ ਸ਼ਬਦ ਵਿੱਚ ਇਸ ਨੂੰ ਬੋਲਣਾ ਚਾਹੀਦਾ ਹੈ ਤਾਂ ਜੋ ਇਸ ਦੀ ਆਵਾਜ਼ ਜਿਹੜੀ ਹੈ ਇਹ ਸ਼ੁੱਧ ਰੂਪ ਵਿੱਚ ਉਹ ਹੀ ਨਿਕਲੇ। ਜਿਵੇਂ ਇੱਕ ਪੰਕਤੀ ਹੈ ਅੰਕ 111 ਉੱਪਰ 10ਵੀਂ ਪੰਕਤੀ ਹੈ, ਅੰਨਾ ਬੋਲਾ ਕਿਛ ਨਦਰੀ ਨਾ ਆਵੈ ਮਾਨੁਖ ਪਾਪ ਪਚਾਵਣਿਆ। ਇੱਥੇ ਨੰਨਾ ਜੋ ਹੈ ਅੰਨਾ ਸ਼ਬਦ ਦਾ ਇਹ ਹਲੰਤ ਤੋਂ ਬਿਨਾਂ ਹੈ। ਇਸ ਦਾ ਮਤਲਬ ਇਹ ਨਹੀਂ ਕਿ ਇੱਥੇ ਹਲੰਤ ਬੋਲਣਾ ਨਹੀਂ, ਇੱਥੇ ਹਲੰਤ ਬੋਲਿਆ ਜਾਣਾ ਹੈ, ਕਿਉਂਕਿ ਸਾਨੂੰ ਇਹ ਲਿਖਿਆ ਮਿਲਦਾ ਹੈ ਅੰਨੇ ਸ਼ਬਦ ਵਿੱਚ ਨੰਨੇ ਦੇ ਪੈਰ 'ਚ ਲੱਗਾ ਹੋਇਆ। ਇੱਥੇ ਵੀ ਉਸੇ ਤਰ੍ਹਾਂ ਦਾ ਸ਼ਬਦ ਹੈ ਬਲਾਈਂਡ, ਜਿਸ ਦਾ ਅਰਥ ਹੈ ਅੰਨਾ। ਅੰਨਾ ਨਹੀਂ, ਇਸਦਾ ਪਾਠ ਵੀ ਹੋਏਗਾ ਅੰਨਾ। ਹੁਣ ਦੇਖੀਏ ਸ਼ਬਦ ਬੰਨਾ। ਬੱਬੇ ਨੇ ਟਿੱਪੀ ਨੰਨੇ ਨੂੰ ਕੰਨਾ,
परमेश्वरी दिता बन्ना, दुख रोग का डेरा पन्ना। अंक 627। इत्थे बन्ना शब्द है बड़ा क्लीयर है। बन्ना मतलब सहारा है, सपोर्ट है। हुण देखिए जपजी विच एक पंक्ति है, भुखियां भुख ना उतरी। जे इत्थे शब्द भी बन्ना है, पुरियां भार, पर इत्थे जो बन्ना दा नन्ना है ये परमेश्वर दिता बन्ना वाला नहीं, इत्थे है बन्ना। नन्हे पैर छा बोले जाएगा। बन्ना तो भाव है बन्नना, टाई अप करना, पंडा बन्ननियां। ये जो नन्हे पैर विच इत्थे हालात बोलिया जाना, इसकी सेध सानूं गुरु ग्रंथ साहिब विचों मिलती है। अंक 1378 पर पहली पंक्ति है, बान्हे उठाई पोटली कित्थे वंजा घाती। बान्हे, बन शब्द विच नन्हे पैर च हलंत लगा होया, तो जिथे भी इस तरह शब्द आउंदा है बन्नण दे अर्थां विच, उत्थे हलंत बोलिया ही जाना है। संकेत है जो सानूं गुरु ग्रंथ साहिब विचों ये मिले। इस तरह एक होर पंक्ति है जिस विच बन शब्द विच नन्हे पैर च हलंत लगा होया। अंक 372। गुण राशि बन्ने पल्ले आनी। बन्ने इत्थे हलंत लगा होया। हुण देखिए नन्हे नूं करना ईड़ नूं सियारी, ये शब्द कित्थे कित्थे हलंत नाल आउंदा है, कित्थे नहीं। साचा साहिब साच नाय भाख्या भाव अपार। इत्थे साज शब्द पुलिंग है, इस करके ना ही शब्द जिहड़ा है इत्थे ईड़ी जिहड़ी है नन्ना जिहड़ा है हलंत तो बिना है। अंक 2 तीजी पंक्ति। हुण देखिए तीरथ नावा जे तिस भावां विण भाणे कि नहाई करी। ये भी अंक 2 पर 11वीं पंक्ति है। हुण इक्को ही अंक दे उत्ते ये शब्द लिखिया है 2 बारी। एक विच इसका अर्थ है स्नान करना, जिथे इसका अर्थ नहाउणा है उत्थे नन्हे पैर विच हलंत बोलिया जाना है। नहाउणा जो शब्द हुंदा है इत्थे नाए नहीं, बिण भाणे कि नहाई करी। इत्थे नहाई नन्हे नूं पारा करके बोले जाएगा। पहली तुक जो हो साचा साहिब साच नाय, इत्थे नाय का मतलब इंसाफ है, स्नान नहीं। अंक नंबर 14 नंबर ते जो विचार लड़ी विच 14वां नंबर है, पैरी लगे अद्धे जइए तो बिना जो होर चिन्ह लगे हैं, होर अखर लगे हैं, क्योंकि अद्धे जइए बारे आपां विचार कर लई है। पैरों में लगे होर अखर जिवें रारा है, रारा किसी के पैर च लग जाता है, किसी अखर के पैर विच, तां उस अखर की जो मात्रा है, चाहे स्यारी है, चाहे लाम है, कोई मात्रा है, चाहे होड़ा है, वो अद्धे रारे नाल बोली जानी है। तो जो वड्डा अखर जिसके पैर में रारा लगा होया वो अखर मुक्ता हो जाता है। फॉर एग्जाम्पल शब्द है कृपा, कक्के पैर रारा लगा होवे, कक्के नूं स्यारी भी होवे, तां कक्के वाली स्यारी रारे नूं चली जानी है, कक्का मुक्ता हो जाना, पाठ बन जाना कृपा, कृपा नहीं बनेगा कृपा। इस तरह ही बिरथा पूरे रारे नाल है, बिरथा पैर रारे नाल है। दुर्लभ पूरे रारे नाल है, जे तते पैर च रारा होवे, औंकड़ो भी होवे, इस शब्द का पाठ दुर्लभ नहीं बनता, इसका पाठ बनेगा दुर्लभ। औंकड़ जो दत्ते वाला ये रारे नूं जाएगा, तथा मुक्ता हो जाएगा। ये कानून है पैर विच लगे रारे वाले शब्दों नूं बोलण दा। सारी गुरबाणी, सारे गुरु ग्रंथ साहिब दे विच एक नूं लागू है। इस तरह मरीगाच, इनू मिरगाच पढ़ना ठीक ने, त्रिग नूं
ਧ੍ਰਿਗ ਨੂੰ ਧਿਰਗ ਪੜ੍ਹਨਾ ਠੀਕ ਨਹੀਂ, ਤ੍ਰਿਣ ਨੂੰ ਤ੍ਰਿਣ ਪੜ੍ਹਨਾ ਠੀਕ ਹੈ, ਤਿਰਨ ਨਹੀਂ। ਇਸ ਤਰ੍ਹਾਂ ਸ਼ਬਦ ਹੈ ਪ੍ਰਿਯੋ, ਇਸ ਨੂੰ ਪ੍ਰਿਯੋ ਕਰਕੇ ਬੋਲਣਾ ਠੀਕ ਨਹੀਂ। ਇਸ ਤਰ੍ਹਾਂ ਤ੍ਰਿਗੰਤ ਸ਼ਬਦ ਹੈ, ਇਸ ਨੂੰ ਧਿਰਗੰਤ ਨਹੀਂ ਪੜ੍ਹ ਸਕਦੇ। ਜੋ ਪੈਰ ਵਾਲੇ ਰਾਰੇ ਜਿਹੜੇ ਹਨ, ਇਹਨਾਂ ਵਾਲੇ ਸ਼ਬਦ ਜੋ ਹਨ ਉਹ ਬੋਲਣ ਵਾਸਤੇ ਬੜਾ ਧਿਆਨ ਮੰਗਦੇ ਹਨ। ਐੜਾ ਸੱਸਾ ਦੇ ਪੈਰ 'ਚ ਵਾਹਵਾ ਲੱਗਾ ਅੱਧਾ। ਜੋ ਪੈਰ ਵਾਲਾ ਵਾਹਵਾ ਹੈ, ਇਸ ਦੀ ਬਾਵਲ ਸਾਊਂਡ ਬਣ ਜਾਂਦੀ ਹੈ, ਜਿਵੇਂ ਦਵਾਈ, ਪੂਰੇ ਵਾਹਵੇ ਨਾਲ ਦਵਾਈ। ਜੇ ਵਾਹ ਪੈਰ 'ਚ ਹੋਵੇ ਦਵਾਈ, ਪੂਰਾ ਵਾਹਵਾ ਹੋਵੇ ਤਾਂ ਗੁਰਦੁਆਰਾ, ਜੇ ਪੈਰ 'ਚ ਵਾਹਵਾ ਆ ਜਾਏ ਗੁਰਦੁਆਰਾ। ਇਸ ਤਰ੍ਹਾਂ ਹੀ ਐੜਾ ਸੱਸਾ ਤੇ ਵਾਹਵਾ, ਇਸ ਦਾ ਪਾਠ ਹੈ ਅਸ਼ਵ। ਇਹ ਜੋ ਵਾਹਵਾ ਹੈ ਇਹ ਊੜੇ ਦੇ ਔਂਕੜ, ਇਹ ਔਂਕੜ ਵਿੱਚ ਬਦਲ ਜਾਏਗਾ ਤੇ ਨਾਲ ਐੜਾ ਲੱਗ ਜਾਏਗਾ, ਪਾਠ ਬਣ ਜਾਏਗਾ ਅਸ਼ਵ, ਜਿਸ ਦਾ ਅਰਥ ਘੋੜੇ। ਇਸ ਤਰ੍ਹਾਂ ਜੋ ਪੈਰੀ ਲੱਗੇ ਚਿੰਨ੍ਹ ਹਨ, ਇਹਨਾਂ ਨੂੰ ਉਚਾਰਨ ਵਿੱਚ ਠੀਕ ਤਰ੍ਹਾਂ ਲਿਆਂਦਾ ਜਾ ਸਕੇ, ਧਿਆਨ ਦੇਣ ਦੀ ਲੋੜ ਹੈ। ਨੰਬਰ 15, ਵਿਚਾਰ ਨੰਬਰ ਜੋ 15 ਹੈ, ਇਹਦੇ ਵਿੱਚ ਅਰਬੀ, ਫਾਰਸੀ ਅਤੇ ਸੰਸਕ੍ਰਿਤ ਦੇ ਸ਼ਬਦਾਂ ਦਾ ਪਾਠ ਸ਼ਾਮਿਲ ਕੀਤਾ ਗਿਆ ਹੈ। ਵੀ ਕਿਵੇਂ ਕਰਨਾ ਹੈ। ਅਰਬੀ, ਫਾਰਸੀ, ਅਰਬੀ ਸ਼ਬਦ ਵਿੱਚ ਐੜੇ ਨੂੰ ਬਿੰਦੀ ਹੁੰਦੀ ਹੈ, ਫਾਰਸੀ ਸ਼ਬਦ ਫੱਫੇ ਨੂੰ ਬਿੰਦੀ ਹੁੰਦੀ ਹੈ। ਤਾਂ ਇਹ ਜੋ ਇਹਨਾਂ ਭਾਸ਼ਾਵਾਂ ਦੇ ਸ਼ਬਦ ਹਨ, ਗੁਰੂ ਗ੍ਰੰਥ ਸਾਹਿਬ ਅੰਦਰ ਉਹ ਕਿਵੇਂ ਲਿਖੇ ਗਏ ਹਨ। ਗੁਰੂ ਗ੍ਰੰਥ ਸਾਹਿਬ ਵਿੱਚ ਸੱਚ ਲਿਖਿਆ ਗਿਆ ਹੈ, ਝੂਠ ਨਹੀਂ ਲਿਖਿਆ ਗਿਆ। ਜੋ ਵੀ ਕੁਝ ਲਿਖਿਆ ਗਿਆ ਉਹ ਸੱਚ ਹੈ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਸ਼ਬਦ ਕ੍ਰਿਸ਼ਨ ਲਿਖਿਆ ਗਿਆ ਹੈ, ਇਹ ਸੱਚ ਹੈ। ਕ੍ਰਿਸ਼ਨ ਨਹੀਂ ਲਿਖਿਆ ਗਿਆ, ਕ੍ਰਿਸ਼ਨ ਝੂਠ ਹੈ। ਗੁਰੂ ਗ੍ਰੰਥ ਸਾਹਿਬ ਅੰਦਰ ਸ਼ਬਦ ਲਿਖਿਆ ਗਿਆ ਸ਼ਿਵ, ਉਹ ਸੱਚ ਹੈ। शिव ਝੂਠ ਹੈ, शिव ਨੇ। ਸੋ ਇਹ ਜੋ ਪ੍ਰੋਪਰ ਨਾਉਨ ਹਨ, शिव, विष्णु, कृष्ण, यशोदा, दशरथ, ये सच है, क्योंकि ना हम सच हम सच लिखे गए हैं। पर वक्री गल अगर पढ़ने वाला इन्होंने झूठ समझ के पढ़े कि कृष्ण है, ये शिव है या विष्णु है, तो गल जचदी नहीं। सतगुरु जी ने ये ठीक लिखे हैं, तो ठीक लिखिया सच है। जे बादशाह शब्द राज करन वालियां वास्ते वरते जांदा सी, तो वह बादशाह ही लिखिया है, बादशाह नहीं। बादशाह दे नाल शिकार शब्द संबंध रखता है, शेर संबंध रखता है। गुरबाणी में शब्द मिलते हैं। शिकार सच है, शेर सच है, जिसका अर्थ लायन होता है, जंगली जानवर है। सो ये सच जिहड़ा है, इसनों पछाण करन दी लोड़ है, इसनों पछाणन दी लोड़ है भी ये सच जिहड़ा है ये किस चीज़ ते आधारित है, किस भाषा ते आधारित है। कुछ शब्द अरबी भाषा ते आधारित हैं, कुछ शब्द संस्कृत भाषा ते आधारित हैं, कुछ शब्द फारसी भाषा ते आधारित हैं। इन्हां दे सच नूं पछाणन दी लोड़ है। गुरु साहिबान ने सच लिखिया है तो सच बोलण दी लोड़ है। जे गुरु जी ने घोष लिखिया है तो वह घोष ही है, घोष नहीं। घोष का मतलब कन होता है, घोष कोई शब्द अर्थ नहीं रखता। पर्शियन लैंग्वेज है। सो जिस लैंग्वेज में कोई शब्द लिखिया है उस लैंग्वेज विच ही उसनों पढ़िया जावे, वो सच है, नहीं तो झूठ है। गुरबाणी सच है, बाणीकारां ने सच्ची लिखी है,
ਇਹ ਸ਼ਬਦ ਠੀਕ ਸੱਚ ਲਿਖੇ ਹਨ ਅਤੇ ਇਹਨਾਂ ਦੇ ਸੱਚ ਨੂੰ ਪਛਾਣ ਕੇ ਉਚਾਰਨ ਵਿੱਚ ਇਹ ਆਵਾਜ਼ਾਂ ਸ਼ਾਮਲ ਕਰਨੀਆਂ ਬਣਦੀਆਂ ਹਨ। ਆਵਾਜ਼ਾਂ ਬੱਚਾ ਜਨਮ ਤੋਂ ਹੀ ਸਿੱਖ ਲੈਂਦਾ ਹੈ। ਜਦੋਂ ਤੋਂ ਮਨੁੱਖ ਹੋਂਦ ਵਿੱਚ ਆਇਆ, ਤਰੱਕੀ ਕੀਤੀ, ਇਹ ਮੂੰਹ 'ਚੋਂ ਕੁਝ ਨਾ ਕੁਝ ਬੋਲਦਾ ਸੀ, ਆਵਾਜ਼ਾਂ ਕੱਢਦਾ ਸੀ। ਇਹਨਾਂ ਆਵਾਜ਼ਾਂ ਨੂੰ ਲਿਖ ਨਹੀਂ ਸੀ ਸਕਦਾ, ਆਵਾਜ਼ਾਂ ਕੱਢਦਾ ਸੀ, ਇਸ਼ਾਰੇ ਨਾਲ ਗੱਲ ਸਮਝਾਉਂਦਾ ਸੀ। ਲਿਖਤ ਦਾ ਜ਼ਮਾਨਾ ਆਇਆ, ਇਹਨਾਂ ਆਵਾਜ਼ਾਂ ਨੂੰ ਪਕੜਨ ਵਾਸਤੇ ਕੁਝ ਸਿੰਬਲ ਬਣਾਏ ਗਏ, ਕੁਝ ਚਿੰਨ੍ਹ ਬਣਾਏ ਗਏ। ਭਾਸ਼ਾ ਪਹਿਲਾਂ ਬਣਦੀ ਹੈ, ਆਵਾਜ਼ਾਂ ਪਹਿਲਾਂ ਬਣਦੀਆਂ ਹਨ, ਚਿੰਨ੍ਹ ਬਾਅਦ 'ਚ ਬਣਦੇ ਹਨ। ਜ਼ਰੂਰੀ ਨਹੀਂ ਕਿ ਜਿਹੜੀ ਭਾਸ਼ਾ ਚੱਲੀ ਹੈ ਉਹਦੇ ਚਿੰਨ੍ਹ ਸਾਰੇ ਉਦੋਂ ਹੀ ਬਣ ਜਾਣ, ਜ਼ਰੂਰੀ ਨਹੀਂ। ਇਹ ਡਿਵੈਲਪਮੈਂਟ ਹੈ, ਭਾਸ਼ਾ ਦੀ ਤਰੱਕੀ ਹੈ, ਉન્નਤੀ ਹੈ, ਡਿਵੈਲਪਮੈਂਟ ਹੈ। ਅਰਬੀ, ਫਾਰਸੀ, ਸੰਸਕ੍ਰਿਤ ਇਹਨਾਂ ਸ਼ਬਦਾਂ ਦੀਆਂ ਜੋ ਆਵਾਜ਼ਾਂ ਹਨ, ਗੁਰੂ ਗ੍ਰੰਥ ਸਾਹਿਬ ਅੰਦਰ ਇਹਨਾਂ ਨੂੰ ਪਕੜਿਆ ਗਿਆ ਹੈ, ਇਹਨਾਂ ਆਵਾਜ਼ਾਂ ਨੂੰ ਲਿਖਿਆ ਗਿਆ ਹੈ। ਲਿਖਣ ਵਾਸਤੇ 35 ਅੱਖਰ ਹੀ ਵਰਤੇ ਗਏ ਹਨ, ਕਿਉਂਕਿ ਉਸ ਸਮੇਂ 35 ਅੱਖਰਾਂ ਤੋਂ ਬਿਨਾਂ ਕੋਈ ਹੋਰ ਸਿੰਬਲ ਨਹੀਂ ਸਨ ਸ਼ਾਮਿਲ। ਪੰਜਾਬੀ ਅਲਫਾਬੈਟ ਵਿੱਚ ਕੇਵਲ 35 ਅੱਖਰ ਸਨ। 35 ਅੱਖਰਾਂ ਵਿੱਚ ਸਾਰੀਆਂ ਆਵਾਜ਼ਾਂ ਨੂੰ ਪਕੜਿਆ ਗਿਆ। ਪਾਠ ਕਰਨ ਵਾਲੇ ਨੇ ਵੀ ਇਹਨਾਂ ਆਵਾਜ਼ਾਂ ਨੂੰ ਪਕੜਨ ਦੀ ਕੋਸ਼ਿਸ਼ ਕਰਨੀ ਹੈ। ਤਾਂ ਜੇ ਖੱਖਾ ਤੱਤੇ ਨੂੰ ਕੰਨਾ ਲਿਖਿਆ ਗਿਆ ਹੈ ਤਾਂ ਪਾਠ ਨੇ ਸੋਚਣਾ ਹੈ ਵੀ ਇਹ ਕਿਸ ਸੰਬੰਧ ਵਿੱਚ ਹੈ। ਇਹ ਖੱਤਾ ਹੈ ਕਿ ਖਤਾ ਹੈ, ਇਹ ਪਾਠ ਨੇ ਸੋਚਣਾ ਹੈ। ਇਹ ਡਿਪੈਂਡ ਪਾਠ 'ਤੇ ਕਰਦਾ ਹੈ, ਕਿਉਂਕਿ ਪਾਠ ਨੂੰ ਇਹਨਾਂ ਭਾਸ਼ਾਵਾਂ ਦਾ ਗਿਆਨ ਪ੍ਰਾਪਤ ਕਰਨਾ ਬਣਦਾ ਹੈ। ਗੁਰਬਾਣੀ ਇਕੱਲੀ ਪੰਜਾਬੀ ਵਿੱਚ ਨਹੀਂ ਹੈ, ਇਹ ਇਕੱਲੀ ਪੰਜਾਬੀ ਭਾਸ਼ਾ ਨਹੀਂ ਹੈ, ਬਹੁਤ ਸਾਰੀਆਂ ਭਾਸ਼ਾਵਾਂ ਹਨ, ਵਿਸ਼ੇਸ਼ ਕਰਕੇ 3 ਭਾਸ਼ਾਵਾਂ ਜੋ ਉਚਾਰਨ ਨੂੰ ਪ੍ਰਭਾਵਿਤ ਕਰਦੀਆਂ ਹਨ, ਅਰਥ ਨੂੰ ਪ੍ਰਭਾਵਿਤ ਕਰਦੀਆਂ ਹਨ। ਇਹਨਾਂ ਬਾਰੇ ਗਿਆਨ ਜ਼ਰੂਰੀ ਹੈ। ਸੋ ਇਸ ਤਰ੍ਹਾਂ ਇਹਨਾਂ ਭਾਸ਼ਾਵਾਂ ਦੀ ਨਿਰਾਦਰੀ ਨਹੀਂ, ਸਤਿਗੁਰੂ ਜੀ ਨੇ ਇਹਨਾਂ ਭਾਸ਼ਾਵਾਂ ਦਾ ਸਤਿਕਾਰ ਕੀਤਾ ਹੈ, ਇਹਨਾਂ ਭਾਸ਼ਾਵਾਂ ਦੇ ਸ਼ਬਦਾਂ ਨੂੰ ਅਪਣਾਇਆ ਹੈ, ਰਚਨਾ ਕੀਤੀ ਹੈ, ਸਤਿਕਾਰਿਆ ਹੈ। ਅਤੇ ਸਿੱਖ ਨੂੰ ਇਹਨਾਂ ਦੀ ਨਿਰਾਦਰੀ ਨਹੀਂ ਸ਼ੋਭਦੀ, ਸਿੱਖ ਨੂੰ ਵੀ ਇਹਨਾਂ ਦਾ ਸਤਿਕਾਰ ਕਰਨਾ ਬਣਦਾ ਹੈ। ਇਹਨਾਂ ਰਾਹੀਂ ਸਾਨੂੰ ਗਿਆਨ ਮਿਲਿਆ ਹੈ, ਇਹਨਾਂ ਸ਼ਬਦਾਂ ਰਾਹੀਂ ਸਾਨੂੰ ਰੱਬ ਬਾਰੇ ਪਤਾ ਲੱਗਾ ਹੈ, ਇਹਨਾਂ ਸ਼ਬਦਾਂ ਰਾਹੀਂ ਗੁਰੂ ਦੀਆਂ ਕਹਾਣੀਆਂ ਦਾ ਪਤਾ ਲੱਗਾ ਹੈ, ਗੁਰੂ ਦੇ ਗਿਆਨ ਦੀ ਸਮਝ ਆਈ ਹੈ, ਰੱਬ ਬਾਰੇ ਪਤਾ ਲੱਗਾ ਹੈ। ਇਹਨਾਂ ਭਾਸ਼ਾਵਾਂ ਨਾਲ ਕੋਈ ਨਫ਼ਰਤ ਨਹੀਂ ਚਾਹੀਦੀ। ਠੀਕ ਹੈ, ਪੰਜਾਬੀ ਲੋਕ ਪੰਜਾਬੀ ਬੋਲਦੇ ਹਨ, ਇਸ ਦਾ ਅਰਥ ਇਹ ਨਹੀਂ ਕਿ ਉਹ ਸੰਸਕ੍ਰਿਤ ਨਾਲ ਨਫ਼ਰਤ ਕਰਨ ਜਾਂ ਫਾਰਸੀ ਭਾਸ਼ਾ ਨਾਲ ਨਫ਼ਰਤ ਕਰਨ, ਵੀ ਇਹ ਮਲੇਸ਼ੀਆ ਦੀ ਭਾਸ਼ਾ ਕਹਿ ਕੇ ਨਿੰਦਿਆ ਕਰਨ, ਐਸਾ ਨਹੀਂ। ਸਤਿਗੁਰੂ ਪਾਤਸ਼ਾਹ ਜੀ ਨੇ ਇਹਨਾਂ ਭਾਸ਼ਾਵਾਂ ਨੂੰ ਸਤਿਕਾਰਿਆ, ਸ਼ਬਦਾਂ ਨੂੰ ਅਪਣਾਇਆ ਅਤੇ ਸਿੱਖ ਨੂੰ ਵੀ ਇਹਨਾਂ ਸ਼ਬਦਾਂ ਨੂੰ ਅਪਣਾ ਕੇ ਉਸੇ ਹਿਸਾਬ ਨਾਲ ਬੋਲਣਾ ਪਵੇਗਾ ਜਿਸ ਤਰ੍ਹਾਂ ਸਤਿਗੁਰੂ ਜੀ ਇਹ ਪੜ੍ਹ ਕੇ ਸੁਣਾਉਂਦੇ ਸਨ, ਸਿੱਖਾਂ ਨੂੰ ਸਮਝਾਉਂਦੇ ਸਨ। ਅਰਬੀ ਦੁਆਰਾ, ਫਾਰਸੀ ਦੁਆਰਾ, ਸੰਸਕ੍ਰਿਤ ਦੁਆਰਾ। ਸਾਡੀ ਅੱਜ ਪਾਠਕਾਂ ਦੀ ਇੰਨੀ ਬੁੱਧੀ ਨਹੀਂ, ਕਿਉਂਕਿ ਅੱਜ ਕੱਲ੍ਹ ਇਹ ਸਾਰੀਆਂ ਭਾਸ਼ਾਵਾਂ ਦਾ ਗਿਆਨ ਟਾਵੇਂ ਨੂੰ ਹੈ। ਇਸ ਕਰਕੇ ਇਹ ਪ੍ਰੋਬਲਮ ਜ਼ਰੂਰ ਹੈ ਕਿ ਇਹ ਪਛਾਣ ਕਿਵੇਂ ਕੀਤੀ ਜਾਏ ਕਿ ਖੱਤਾ ਹੈ ਕਿ ਖਤਾ ਹੈ। ਸੋ ਇਸ ਔਕ ਤੋਂ ਡਰਦਿਆਂ ਇਹਨਾਂ ਭਾਸ਼ਾਵਾਂ ਦੀਆਂ ਧੁਨੀਆਂ ਨੂੰ ਛੱਡਣਾ ਬਿਲਕੁਲ ਯੋਗ ਨਹੀਂ। ਮਿਹਨਤ ਕਰਨੀ ਫਰਜ਼ ਬਣਦਾ ਹੈ। ਮਿਹਨਤ ਤੋਂ ਡਰਦਿਆਂ ਇਹਨਾਂ ਭਾਸ਼ਾਵਾਂ ਨੂੰ ਛੱਡਣਾ ਯੋਗ ਨਹੀਂ ਹੈ। ਸ਼ਬਦਾਂ ਦੀਆਂ ਧੁਨੀਆਂ ਮਾਰੀਆਂ ਨਹੀਂ ਜਾ ਸਕਦੀਆਂ। ਧੁਨੀਆਂ ਅੱਜ ਵੀ ਪ੍ਰਚਲਿਤ ਹਨ। ਬਾਦਸ਼ਾਹ ਸ਼ਬਦ ਵਿੱਚ ਸ਼ਾਹ ਧੁਨੀ ਅੱਜ ਵੀ ਪ੍ਰਚਲਿਤ ਹੈ। ਸ਼ੇਰ ਸ਼ਬਦ ਵਿੱਚ ਇਹ ਸ਼ਾਹ ਧੁਨੀ ਅੱਜ ਵੀ ਪ੍ਰਚਲਿਤ ਹੈ। ਸ਼ੇਰ ਸ਼ਬਦ ਪੰਜਾਬੀ ਦਾ ਨਹੀਂ,
ਇਹ ਪਰਸ਼ੀਅਨ ਲੈਂਗੁਏਜ ਦਾ ਸ਼ਬਦ ਹੈ। ਸ਼ੇਰ, ਸ਼ਿਕਾਰ, ਬਾਦਸ਼ਾਹ ਪੰਜਾਬੀ ਦੇ ਸ਼ਬਦ ਨਹੀਂ ਹਨ, ਇਹ ਵੀ ਫਾਰਸੀ ਸ਼ਬਦ ਹਨ। ਖਾਲਸਾ ਪੰਜਾਬੀ ਦਾ ਸ਼ਬਦ ਨਹੀਂ ਹੈ, ਕੱਕੇ ਪਰ ਬਿੰਦੀ ਹੁੰਦੀ ਹੈ। ਸੋ ਇਹ ਆਵਾਜ਼ਾਂ ਜੋ ਹਨ ਸਤਿਗੁਰੂ ਜੀ ਨੇ ਪਕੜੀਆਂ ਹਨ, ਪੰਜਾਬੀ ਦੇ 35 ਅੱਖਰਾਂ ਵਿੱਚ ਬੰਦ ਹਨ। ਇਹਨਾਂ ਨੂੰ ਖੋਜਣਾ, ਖੋਜ ਕੇ ਇਹਨਾਂ ਨੂੰ ਪਾਠ ਵਿੱਚ ਸ਼ਾਮਲ ਕਰਨਾ, ਇਹ ਹਰ ਇੱਕ ਪਾਠਕ ਦਾ ਇਹ ਨੈਤਿਕ ਫਰਜ਼ ਹੈ। ਨਹੀਂ ਤਾਂ ਬਾਣੀ ਦਾ ਪਾਠ ਸ਼ੁੱਧ ਨਹੀਂ ਕੀਤਾ ਜਾ ਸਕਦਾ। ਉਵੇਂ ਬਾਣੀ ਪੜ੍ਹੀ ਜਾਵੇ ਜਿਵੇਂ ਸਤਿਗੁਰੂ ਜੀ ਆਪ ਪੜ੍ਹ ਕੇ ਸੁਣਾਉਂਦੇ ਸਨ, ਜਿਵੇਂ ਸਤਿਗੁਰੂ ਜੀ ਲਿਖ ਕੇ ਸੰਗਤਾਂ ਨੂੰ ਸੁਣਾ ਕੇ ਇਸ ਦੇ ਸੱਚ ਦੇ ਦਰਸ਼ਨ ਕਰਾਉਂਦੇ ਸਨ। ਇਸ ਤਰ੍ਹਾਂ ਬਾਣੀ ਪੜ੍ਹਨੀ ਬਣਦੀ ਹੈ। ਇਹ ਜੋ ਗੁਰਬਾਣੀ ਹੈ ਇਹ ਸਤਿਗੁਰੂ ਪਾਤਸ਼ਾਹ ਜੀ ਦੇ ਹੁਕਮ ਹਨ, ਫੁਰਮਾਨ ਹਨ, ਰੱਬੀ ਹੁਕਮ ਹਨ। ਇੱਕ ਬਾਦਸ਼ਾਹ ਦਾ ਲਿਖਿਆ ਹੋਇਆ ਫੁਰਮਾਨ ਜੇ ਕਿਸੇ ਅਹਿਲਕਾਰ ਨੇ ਪੜ੍ਹ ਕੇ ਸੁਣਾਉਣਾ ਹੋਵੇ ਤਾਂ ਉਸ ਨੂੰ ਜ਼ਰੂਰੀ ਹੈ ਕਿ ਬਾਦਸ਼ਾਹ ਦੀ ਲਿਖੀ ਹੋਈ ਭਾਸ਼ਾ ਦੀ ਸਮਝ ਹੋਵੇ। ਬਾਦਸ਼ਾਹ ਨੇ ਜਿਸ ਭਾਸ਼ਾ ਵਿੱਚ ਆਪਣਾ ਹੁਕਮ ਲਿਖਿਆ, ਪੜ੍ਹ ਕੇ ਸੁਣਾਉਣ ਵਾਲੇ ਨੂੰ ਉਸ ਭਾਸ਼ਾ ਦਾ ਬੋਧ ਹੋਵੇ, ਇਲਮ ਹੋਵੇ, ਤਾਂ ਉਹ ਬਾਦਸ਼ਾਹ ਦਾ ਹੁਕਮ ਪਬਲਿਕ ਨੂੰ ਪੜ੍ਹ ਕੇ ਸੁਣਾ ਸਕਦਾ ਹੈ। ਜੱਜ ਨੇ ਕੋਈ ਫੈਸਲਾ ਦਿੱਤਾ ਤੇ ਉਸਨੇ ਅੱਗੇ ਜੋ ਕਲਰਕ ਰੱਖਿਆ ਹੋਇਆ ਜਾਂ ਉਸਨੇ ਕੋਈ ਸਹਾਇਕ ਰੱਖਿਆ, ਉਸਨੇ ਜੱਜ ਦਾ ਫੈਸਲਾ ਪੜ੍ਹ ਕੇ ਸੁਣਾਉਣਾ, ਤਾਂ ਕੁਦਰਤੀ ਹੈ ਕਿ ਉਸਨੂੰ ਜੱਜ ਦੀ ਲਿਖੀ ਹੋਈ ਜੋ ਲਿਖਤ ਹੈ ਉਸਦੀ ਭਾਸ਼ਾ ਦਾ ਗਿਆਨ ਹੋਵੇ। ਜੱਜ ਨੇ ਅੰਗਰੇਜ਼ੀ ਵਿੱਚ ਫੈਸਲਾ ਲਿਖਿਆ ਹੋਵੇ ਤੇ ਪੜ੍ਹਨ ਵਾਲੇ ਨੂੰ ਅੰਗਰੇਜ਼ੀ ਆਉਂਦੀ ਨਾ ਹੋਵੇ, ਉਸ ਨੂੰ ਕੋਈ ਹੋਰ ਭਾਸ਼ਾ ਆਉਂਦੀ ਹੋਵੇ, ਉਹ ਸਹੀ ਫੈਸਲਾ ਸੰਗਤਾਂ ਤੱਕ ਪਹੁੰਚਾ ਨਹੀਂ ਸਕੇਗਾ। ਇਸੇ ਤਰ੍ਹਾਂ ਬਾਦਸ਼ਾਹ ਦੇ ਹੁਕਮ ਜਿਹੜੇ ਹਨ ਉਹ ਅਹਿਲਕਾਰ ਤਾਂ ਹੀ ਪਬਲਿਕ ਕੋਲ ਪਹੁੰਚਾ ਸਕਦੇ ਹਨ ਜੇ ਬਾਦਸ਼ਾਹ ਵੱਲੋਂ ਲਿਖੀ ਗਈ ਲਿਖਤ ਦੀ ਭਾਸ਼ਾ ਅਹਿਲਕਾਰ ਨੂੰ ਆਉਂਦੀ ਹੋਵੇ, ਚੰਗਾ ਉਸਦਾ ਮਾਹਰ ਹੋਵੇ। ਸਤਿਗੁਰੂ ਜੀ ਦੇ ਹੁਕਮ ਹਨ ਇੱਕ ਗੁਰਬਾਣੀ। ਸਤਿਗੁਰੂ ਜੀ ਦਾ ਹੁਕਮ ਪੜ੍ਹ ਕੇ ਸੰਗਤਾਂ ਨੂੰ ਸੁਣਾਉਣਾ, ਕੀਰਤਨ ਰਾਹੀਂ, ਕਥਾ ਰਾਹੀਂ, ਪਾਠ ਰਾਹੀਂ, ਭਾਵੇਂ ਉਹ ਅਖੰਡ ਪਾਠ ਹੈ, ਭਾਵੇਂ ਸਹਿਜ ਪਾਠ ਹੈ, ਸੰਗਤਾਂ ਨੂੰ ਹੁਕਮ ਪੜ੍ਹ ਕੇ ਸੁਣਾਉਣੇ ਹਨ ਬਾਦਸ਼ਾਹ ਦੇ, ਪਾਤਸ਼ਾਹ ਦੇ। ਸਤਿਗੁਰੂ ਜੀ ਪਾਤਸ਼ਾਹ ਹਨ। ਇਹਨਾਂ ਦੇ ਹੁਕਮ ਪੜ੍ਹ ਕੇ ਸੰਗਤਾਂ ਨੂੰ ਸੁਣਾਉਣ ਵਾਲਾ ਜੋ ਹੈ ਕੁਦਰਤੀ ਹੈ ਕਿ ਉਸਨੂੰ ਸਤਿਗੁਰੂ ਪਾਤਸ਼ਾਹ ਜੀ ਦੀ ਲਿਖਤ, ਇਸ ਦੀ ਭਾਸ਼ਾ ਦਾ ਬੋਧ ਹੋਵੇ, ਤਾਂ ਸੰਗਤਾਂ ਨੂੰ ਉਹ ਜੋ ਹੁਕਮ ਹੈ ਠੀਕ ਰੂਪ ਵਿੱਚ ਸੁਣਾ ਸਕਦਾ ਹੈ, ਵਰਣਨ ਨਹੀਂ। ਵਰਣਨ ਨਹੀਂ। ਅਗਰ ਔਰੰਗਜ਼ੇਬ ਬਾਦਸ਼ਾਹ ਦਾ ਹੁਕਮ ਕਿਸੇ ਨੇ ਠੀਕ ਪੜ੍ਹ ਕੇ ਨਹੀਂ ਸੁਣਾਇਆ ਤਾਂ ਫਿਰ ਜਿਸਨੇ ਪੜ੍ਹ ਕੇ ਸੁਣਾਇਆ ਉਸਦੀ ਸ਼ਾਮਤਾ ਆ ਜਾਏਗੀ, ਕਿਉਂਕਿ ਬਾਦਸ਼ਾਹ ਦੇ ਹੁਕਮ ਦੀ ਅਦੂਲੀ ਨਹੀਂ ਹੋ ਸਕਦੀ। ਬਾਦਸ਼ਾਹ ਦਾ ਹੁਕਮ ਸਹੀ ਜੋ ਲਿਖਿਆ ਹੈ ਉਹੀ ਪੜ੍ਹ ਕੇ ਸੁਣਾਇਆ ਜਾਵੇ ਤਾਂ ਬਾਦਸ਼ਾਹ ਵੀ ਪ੍ਰਸੰਨ ਹੋਏਗਾ। ਜੇ ਉਸਦੇ ਉਲਟ ਤਰੋੜ ਮਰੋੜ ਕੇ ਕੁਝ ਸੁਣਾਉਣ ਵਾਲਾ ਗੱਲ ਨੂੰ ਉਲਟ ਪੁਲਟ ਕਰ ਜਾਏ ਤਾਂ ਬਾਦਸ਼ਾਹ ਦਾ ਹੁਕਮ ਜਿਹੜਾ ਹੋਰ ਦਾ ਹੋਰ ਬਣ ਜਾਏਗਾ। ਇਸੇ ਤਰ੍ਹਾਂ ਗੁਰਬਾਣੀ ਵਿੱਚ ਹਨ। ਗੁਰਬਾਣੀ ਵੀ ਸਤਿਗੁਰੂ ਜੀ ਦੇ ਹੁਕਮ ਹਨ ਤੇ ਇਹਨਾਂ ਨੂੰ ਪੜ੍ਹ ਕੇ ਸੁਣਾਉਣ ਵਾਲੇ ਨੂੰ ਵੀ ਇਸ ਬਾਣੀ ਦੀ ਜੋ ਭਾਸ਼ਾ ਹੈ ਇਸ ਦਾ ਬੋਧ ਹੋਣਾ ਜ਼ਰੂਰੀ ਹੈ। ਸੋ ਇਸ ਤਰ੍ਹਾਂ ਸ਼ਬਦ ਹਨ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਰਜ਼ਾਈ ਹੈ, ਇਹ ਅਰਬੀ ਭਾਸ਼ਾ ਤੋਂ ਬਣਦਾ ਹੈ। ਰਜ਼ਾ ਹੁਕਮ, ਰਜਾਈ ਸ਼ਬਦ ਹੋਰ ਹੈ, ਗਜ਼ ਸ਼ਬਦ ਹੋਰ ਹੈ, ਗਜ ਹੋਰ ਹੈ। ਗਜ ਦਾ ਮਤਲਬ ਹਾਥੀ ਹੈ, ਗਜ਼ ਦਾ ਮਤਲਬ 3 ਫੁੱਟ ਦਾ ਇੱਕ ਮਾਪ ਹੈ। ਸ਼ੇਰ ਹੈ, ਲਾਇਨ, ਸ਼ੇਰ ਹੈ 16 ਟਾਂਕਾਂ ਵਾਲਾ, ਸ਼ਾਹ ਹੈ, ਸਾਹ ਹੈ, ਸਾਹ ਅੰਦਰ ਬਾਹਰ ਆਉਣ ਵਾਲਾ ਜੋ ਹੈ
ਅੰਦਰ ਬਾਹਰ ਆਉਣ ਵਾਲਾ ਬ੍ਰੈਥ, ਹਵਾ ਅੰਦਰ ਬਾਹਰ ਜਾਂਦੀ ਹੈ, ਸਾਹ। ਤੇ ਸ਼ਾਹ ਦਾ ਮਤਲਬ ਹੈ ਅਮੀਰ। ਕੇਸ਼ ਹੈ, ਗੁਰੂ ਗ੍ਰੰਥ ਸਾਹਿਬ ਦੇ ਅੰਦਰ ਕੇਸ ਹੈ। ਕੇਸ ਪਹਿਲਵਾਨ ਦਾ ਨਾਂ ਹੈ ਤੇ ਕੇਸ਼ ਵਾਲਾਂ ਦਾ ਨਾਂ ਹੈ। ਪਾਸ਼ਾ ਹੈ, ਪਾਸਾ ਵੀ ਹੈ। ਪਾਸਾ ਦਾ ਅਰਥ ਕੋਲ ਹੈ, ਪਾਸ਼ਾ ਦਾ ਮਤਲਬ ਡਾਈਸ ਹੈ, ਚੌਪੜ ਦੀ ਖੇਡ ਵਾਲਾ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਬਾਸਾ ਵੀ ਹੈ, ਬਾਸ਼ਾ ਵੀ ਹੈ, ਸੱਚ ਲਿਖਿਆ ਹੋਇਆ। ਬਾਸਾ ਦਾ ਅਰਥ ਹੈ ਸੇਵਾ ਕਰਨਾ, ਰਹਿਣ ਸਹਿਣ ਕਰਨਾ, ਬਾਸਾ। ਤੇ ਬਾਸ਼ਾ ਸ਼ਬਦ, ਜੇ ਕੋਈ ਬਾਸ਼ਾ ਸ਼ਬਦ ਨੂੰ ਪਛਾਣ ਨਾ ਕਰੇ, ਇਸ ਨੂੰ ਬਾਸਾ ਹੀ ਪੜ੍ਹਦਾ ਹੈ, ਤਾਂ ਇਹ ਬੇਇਨਸਾਫੀ ਹੈ। ਸੰਗਤਾਂ ਨੂੰ ਪੜ੍ਹ ਕੇ ਬਾਸਾ ਵੀ ਸੁਣਾਇਆ ਜਾਂਦਾ, ਬੇਇਨਸਾਫੀ ਹੈ। ਸਤਿਗੁਰੂ ਦੇ ਹੁਕਮ ਦੀ ਜੇ ਉਹ ਤੋੜ ਭੰਨ ਹੈ, ਕਹਿ ਸਕਦੇ ਹਾਂ। ਬਾਸ਼ਾ ਦਾ ਅਰਥ ਹੈ ਇੱਕ ਪੰਛੀ। ਬਾਸ਼ਾ ਪ੍ਰਸ਼ਨ ਵਿੱਚ ਬਾਸ਼ਾ ਇੱਕ ਮਦੀਨ ਪੰਛੀ ਦਾ ਨਾਂ ਹੈ। ਜਿਸ ਤਰ੍ਹਾਂ ਬਾਜ਼, ਬਾਜ਼ ਇੱਕ ਮਦੀਨ ਪੰਛੀ ਹੈ, ਨਰ ਨਹੀਂ, ਫੀਮੇਲ ਵਰਡ ਹੈ ਬਾਜ਼। ਇਸ ਤਰ੍ਹਾਂ ਬਾਸ਼ਾ ਫੀਮੇਲ ਵਰਡ ਹੈ। ਸੋ ਕਿੱਥੇ ਬਾਸਾ ਹੈ, ਕਿੱਥੇ ਬਾਸ਼ਾ ਹੈ, ਇਹ ਤਾਂ ਪਾਠਕ ਨੇ ਮਿਹਨਤ ਕਰਨੀ ਹੈ। ਬਾਣੀ ਨੂੰ ਪੜ੍ਹ ਕੇ ਸੁਣਾਓ, ਹੁਕਮ ਨੂੰ ਪੜ੍ਹ ਕੇ ਸੁਣਾਉਣ ਵਾਲੇ ਨੇ ਮਿਹਨਤ ਕਰਨੀ ਹੈ, ਸਿੱਖਣੀ ਹੈ ਕਿ ਇਸ ਨੂੰ ਬਾਸ਼ਾ ਪੜ੍ਹ ਕੇ ਸੁਣਾਇਆ ਜਾਵੇ, ਇਸ ਨੂੰ ਬਾਸ਼ਾ ਪੜ੍ਹ ਕੇ ਸੁਣਾਇਆ ਜਾਵੇ। ਇਹ ਸਤਿਗੁਰੂ ਦਾ ਹੁਕਮ ਹੈ, ਬਾਸ਼ਾ ਦਾ ਹੁਕਮ ਹੈ। ਜਨ ਹੈ, ਜਨ ਹੈ, ਜਨ ਸੇਵਕ, ਜਨ ਔਰਤ, ਜਰ ਹੈ, ਜ਼ਰ ਹੈ। ਜਰ ਬੁਢੇਪੇ ਨੂੰ ਕਿਹਾ ਜਾਂਦਾ। ਜ਼ਰ ਦਾ ਅਰਥ ਹੈ ਸੋਨਾ, ਧਨ ਦੌਲਤ। ਸੁਆਣੀ ਹੈ, ਸੁਆਣੀ ਹੈ। ਸੁਆਣੀ ਆਮ ਤੌਰ 'ਤੇ ਘਰ ਦੀ ਮਾਲਕਣ ਨੂੰ ਕਿਹਾ ਜਾਂਦਾ ਹੈ, ਸੁਆਣੀ। ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਵਰਡ ਹੈ ਇਹ, ਉਹ ਸੁਆਣੀ ਨਹੀਂ, ਉਹ ਸੁਆਣੀ ਹੈ। ਸੁਆਣੀ ਮੈਨੇ ਕੁੱਤੀ ਹੁੰਦਾ ਹੈ, ਬੜਾ ਫਰਕ ਹੈ। ਜੇ ਸੁਆਣੀ ਨੂੰ ਵੀ ਸੁਆਣੀ ਕਰਕੇ ਬੋਲਿਆ ਜਾਏ, ਇਸ ਦਾ ਮਤਲਬ ਉਹ ਵੀ ਘਰ ਵਾਲੀ ਮਾਲਕਣ ਬਣ ਗਈ। ਕਿੱਥੇ ਕੁੱਤੀ ਅਰਥ ਹੈ ਅਤੇ ਕਿੱਥੇ ਘਰ ਦੀ ਮਾਲਕਣ ਹੈ, ਬੜਾ ਫਰਕ ਹੈ। ਸ਼ਰਵਣ ਹੈ, ਸ਼ਰਵਣ ਹੈ। ਸ਼ਰਵਣ ਸ਼ਬਦ ਥਣਾ ਨਾਲ ਸੰਬੰਧ ਰੱਖਦਾ ਹੈ। ਔਰਤ ਦੀ ਛਾਤੀ ਜਾਂ ਫੀਮੇਲ ਬ੍ਰੈਸਟ ਨੂੰ ਅਸੀਂ ਸ਼ਰਵਣ ਕਹਿੰਦੇ ਹਾਂ। ਸ਼ਰਵਣ ਇਹ ਕੰਨਾਂ ਨਾਲ ਸੰਬੰਧ ਰੱਖਦਾ ਹੈ। ਇਹ ਤਾਂ ਨਿਰਾ ਝੂਠ ਹੈ, ਤੂਫਾਨ ਹੈ ਕਿ ਇਹ ਸ਼ਬਦ ਸ਼ਰਵਣ ਕਰੋ, ਇਸ ਤਰ੍ਹਾਂ ਬੋਲਣਾ ਤਾਂ ਬਿਲਕੁਲ ਸਭਿਅਤਾ ਦੇ ਉਲਟ ਹੈ। ਸ਼ਬਦ ਸ਼ਰਵਣ ਨਹੀਂ ਕੀਤਾ ਜਾਂਦਾ, ਸ਼ਬਦ ਸ਼ਰਵਣ ਕੀਤਾ ਜਾਂਦਾ ਹੈ। ਸ਼ਬਦ ਨੂੰ ਸੁਣਨ ਦਾ ਕੰਨਾਂ ਨਾਲ ਸੰਬੰਧ ਹੈ, ਸ਼ਬਦ ਨੂੰ ਸੁਣਨ ਦਾ ਥਣਾ ਨਾਲ ਕੋਈ ਸੰਬੰਧ ਨਹੀਂ। ਬਾਣੀ ਹੈ, ਸਤਿਗੁਰੂ ਦੇ ਹੁਕਮ ਹਨ, ਵਿੱਚ ਹੀ ਲਿਖੇ ਹੋਏ ਹਨ। ਸੋ ਇਹਨਾਂ ਨੂੰ ਸਮਝਣਾ, ਪੜ੍ਹਨਾ ਅਤੇ ਫਿਰ ਬਾਦਸ਼ਾਹ ਦਾ ਹੁਕਮ ਸ਼ੁੱਧ ਰੂਪ ਵਿੱਚ ਸੰਗਤਾਂ ਨੂੰ, ਲੋਕਾਂ ਨੂੰ ਸੁਣਾਉਣਾ ਆ ਜਾਏ ਅਤੇ ਬੜੀ ਕਮਾਲ ਦੀ ਗੱਲ ਹੋਏਗੀ। ਸੂਰਾ ਹੈ, ਗੁਰੂ ਗ੍ਰੰਥ ਸਾਹਿਬ 'ਚ ਸ਼ੂਰਾ ਹੈ, ਸੂਰ ਹੈ, ਸ਼ੂਰ ਹੈ। ਸੂਰ ਸੂਰਜ ਨੂੰ ਕਿਹਾ ਗਿਆ, ਸੰਸਕ੍ਰਿਤ ਤੋਂ ਬਣਦਾ। ਸ਼ੂਰ ਬਹਾਦਰ ਨੂੰ ਕਿਹਾ ਗਿਆ, ਇਹ ਵੀ ਸੰਸਕ੍ਰਿਤ ਬਣਦਾ। ਇਸ ਤਰ੍ਹਾਂ ਸੂਰਾ ਅਤੇ ਸ਼ੂਰਾ। ਸੋ ਬੜਾ ਕੁਝ ਹੈ। ਸੋ ਜੋ ਸ਼ਬਦ ਹਨ, ਇਹ ਕਰੀਬ ਹਰ ਪੇਜ 'ਤੇ ਸਾਨੂੰ ਇਸ ਤਰ੍ਹਾਂ ਸ਼ਬਦ ਮਿਲਦਾ ਹੈ, ਕੋਈ ਨਾ ਕੋਈ। ਅਤੇ ਇਹਨਾਂ ਨੂੰ ਧਿਆਨ ਵਿੱਚ ਰੱਖ ਕੇ ਬਾਣੀ ਦਾ ਪਾਠ ਹੋ ਸਕੇ ਤਾਂ ਬਾਣੀ ਦੇ ਪਾਠ ਦੀ ਜੋ ਸ਼ੁੱਧਤਾ ਹੈ ਉਹ ਕਾਇਮ ਰੱਖੀ ਜਾ ਸਕਦੀ ਹੈ। ਇਸ ਪਾਸੇ ਮਿਹਨਤ ਦੀ ਲੋੜ ਹੈ, ਮਿਹਨਤ ਤੋਂ ਬਿਨਾਂ ਨਹੀਂ। ਬਾਕੀ ਜੋ ਵਿਚਾਰਾਂ ਹਨ ਉਹ ਆਪਾਂ ਫਿਰ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।